हाँ जी। सो ਆਪਾਂ ਹੁਣ ਤੱਕ ਦੇਖੋ ਰਾਸ਼ਟਰੀ ਆਮਦਨ ਦਾ ਕਨਸੈਪਟ ਪੜ੍ਹ ਰਹੇ ਸੀਗੇ। ਪਲੀਜ਼ ਗੌਰ ਕਰਿਓ ਇਸ ਚੀਜ਼ ਤੇ। ਆਪਾਂ ਹੁਣ ਤੱਕ ਜੀਡੀਪੀ ਵਾਲੇ ਸੌਰੀ ਇਕਨੋਮੀ ਦੇ ਟੌਪਿਕ 'ਚ ਅਸੀਂ ਕੀ ਪੜ੍ਹਿਆ ਸੀਗਾ। ਅਸੀਂ ਕਿਹਾ ਸੀ ਕਿ ਸਾਡਾ ਸਭ ਤੋਂ ਪਹਿਲਾ ਚੈਪਟਰ ਹੋਊਗਾ ਇਹਦੇ 'ਚ ਨੈਸ਼ਨਲ ਇਨਕਮ, ਯਾਨੀ ਕਿ ਰਾਸ਼ਟਰੀ ਆਮਦਨ। ਸੋ ਟੈਕਨੀਕਲੀ ਪਹਿਲੀ ਗੱਲ ਤਾਂ ਇਹ ਆ ਕਿ ਬਾਈ ਚਾਂਸ ਤੁਸੀਂ ਇਹ ਲੈਕਚਰ ਨਹੀਂ ਲਾਇਆ ਤਾਂ ਇਹਨੂੰ ਲੈਕਚਰ ਨੂੰ ਆਪਣਾ ਜਾ ਕੇ ਲਾਇਓ ਅੱਜ। ਹੁਣ ਤੱਕ ਤੇ ਅਸੀਂ ਲੈਕਚਰ 'ਚ ਇਹ ਪੜ੍ਹਿਆ ਸੀ ਕਿ ਰਾਸ਼ਟਰੀ ਆਮਦਨ ਕੀ ਹੁੰਦੀ ਹੈ, ਭਾਵ ਕਿ ਨੈਸ਼ਨਲ ਇਨਕਮ ਕੀ ਹੁੰਦੀ ਹੈ, ਤੇ ਨੈਸ਼ਨਲ ਇਨਕਮ ਦਾ ਅਕਾਊਂਟਸ, ਵਟ ਇਜ਼ ਨੈਸ਼ਨਲ ਇਨਕਮ ਅਕਾਊਂਟ, ਕਿ ਐਕਚੁਅਲੀ ਇਹ ਕੈਲਕੂਲੇਟ ਕਿਉਂ ਕਰੀਦੀ ਆ, ਤੇ ਸਾਡੀ ਨੈਸ਼ਨਲ ਇਨਕਮ ਨੂੰ ਕਾਊਂਟ ਕਰਨ ਦੇ ਕਿਹੜੇ ਕਿਹੜੇ ਤਰੀਕੇ ਆ। ਤਾਂ ਮੈਂ ਦੱਸਿਆ ਸੀ ਕਿ ਸਭ ਤੋਂ ਮੇਨ ਤਰੀਕਾ ਤਾਂ ਹੁੰਦਾ ਹੈ ਸਾਡੇ ਕੋਲ ਬੇਸਿਕਲੀ ਜੀਡੀਪੀ, ਗ੍ਰੋਸ ਡੋਮੈਸਟਿਕ ਪ੍ਰੋਡਕਟ, ਸਕਲ ਘਰੇਲੂ ਉਤਪਾਦ, ਫਿਰ ਹੁੰਦਾ ਹੈ ਐਨਡੀਪੀ, ਨੈਟ ਡੋਮੈਸਟਿਕ ਪ੍ਰੋਡਕਟ, ਸ਼ੁੱਧ ਘਰੇਲੂ ਉਤਪਾਦ, ਫਿਰ ਹੁੰਦਾ ਜੀਐਨਪੀ, ਸਕਲ ਜਾਂ ਕੁੱਲ ਰਾਸ਼ਟਰੀ ਆਮਦਨ, ਤੇ ਉਸ ਤੋਂ ਬਾਅਦ ਹੁੰਦਾ ਹੈ ਐਨਐਨਪੀ, ਸ਼ੁੱਧ ਰਾਸ਼ਟਰੀ ਆਮਦਨ। ਤੇ ਅਸੀਂ ਟੈਕਨੀਕਲੀ ਇਹ ਸਾਬਤ ਕਰ ਚੁੱਕੇ ਹਾਂ ਕਿ ਐਨਐਨਪੀ ਇਜ਼ ਐਗਜ਼ੈਕਟਲੀ ਨੈਸ਼ਨਲ ਇਨਕਮ ਆਫ ਇੰਡੀਆ, ਮਤਲਬ ਕਿ ਸ਼ੁੱਧ ਰਾਸ਼ਟਰੀ ਉਤਪਾਦਨ ਜਾਂ ਆਮਦਨ ਹੀ ਸਾਡੇ ਦੇਸ਼ ਦੀ ਰਾਸ਼ਟਰੀ ਆਮਦਨ ਕਹਿਲਾਉਂਦੀ ਹੈ। ਸੋ ਅਸੀਂ ਜੀਡੀਪੀ ਸਮਝਿਆ, ਜੀਡੀਪੀ ਤੋਂ ਬਾਅਦ ਅਸੀਂ ਜੀਪੀ, ਐਨਪੀ, ਜੀਵੀ ਵਗੈਰਾ ਸਾਰਾ ਕੁਝ ਸਮਝਣ ਤੋਂ ਬਾਅਦ ਐਨਐਨਪੀ ਸਮਝਿਆ, ਐਨਐਨਪੀ ਸਮਝਣ ਤੋਂ ਬਾਅਦ ਅਸੀਂ ਪਰਸਨਲ ਇਨਕਮ ਸਮਝੀ, ਫਿਰ ਉਸ ਤੋਂ ਬਾਅਦ ਵਰਤਨਯੋਗ ਨਿੱਜੀ ਆਮਦਨ ਜਿਹਨੂੰ ਅਸੀਂ ਡਿਸਪੋਜ਼ੇਬਲ ਨੈਸ਼ਨਲ ਇਨਕਮ ਕਿਹਾ, ਫਿਰ ਅਸੀਂ ਉਸ ਟਰਮ ਨੂੰ ਕਲੈਰਿਟੀ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਕਿਹਾ ਕਿ ਵਟ ਇਜ਼ ਡਿਫਰੈਂਸ ਬਿਟਵੀਨ ਫੈਕਟਰ ਕਾਸਟ, ਲਾਗਤ ਮੁੱਲ, ਤੇ ਬਾਜ਼ਾਰੀ ਮੁੱਲ, ਮਾਰਕੀਟ ਪ੍ਰਾਈਸ 'ਚ ਕੀ ਫਰਕ ਆ। ਅਸੀਂ ਕਿਹਾ ਕਿ ਜਦੋਂ ਵੀ ਕੋਈ ਚੀਜ਼ ਕਿਸੇ ਕਾਰਖਾਨੇ 'ਚ ਬਣਦੀ ਆ ਤੇ ਉਹਦੇ ਤੇ ਲੱਗਣ ਵਾਲੇ ਇੰਡਾਇਰੈਕਟ ਟੈਕਸ, ਅਪ੍ਰਤੱਖ ਕਰ, ਉਹਦੇ 'ਚ ਜੋੜ ਦਿੱਤੇ ਜਾਣ, ਤੇ ਸਰਕਾਰ ਦੁਆਰਾ ਦਿੱਤੀਆਂ ਗਈਆਂ ਗਵਰਨਮੈਂਟ ਸਬਸਿਡੀਜ਼ ਕਢਾ ਦਿੱਤੀਆਂ ਜਾਣ, ਤੇ ਉਹਦੀ ਮਾਰਕੀਟ ਵੈਲਿਊ ਬਣ ਜਾਂਦੀ ਹੈ। ਸੋ ਅਸੀਂ ਫੈਕਟਰ ਕਾਸਟ ਤੇ ਮਾਰਕੀਟ ਪ੍ਰਾਈਸ ਦੇ ਵਿੱਚ ਫਰਕ ਸਮਝਿਆ। ਸਭ ਕੁਝ ਕਲੀਅਰ ਕਰਨ ਤੋਂ ਬਾਅਦ ਅਸੀਂ ਆ ਨੈਸ਼ਨਲ ਡਿਸਪੋਜ਼ੇਬਲ ਇਨਕਮ ਵਗੈਰਾ ਇਹ ਸਭ ਕਲੀਅਰ ਕਰ ਲਿਆ ਸੀਗਾ। ਫਿਰ ਅਸੀਂ ਜੀਡੀਪੀ ਨੂੰ ਕੈਲਕੂਲੇਟ ਕਰਨ ਦੇ 3 ਮੈਥਡ ਸਮਝੇ ਕਿ ਕਿਹੜੀਆਂ ਵਿਧੀਆਂ ਨਾਲ ਜੀਡੀਪੀ ਕੈਲਕੂਲੇਟ ਹੋ ਸਕਦੀ ਆ। ਤੇ ਸਭ ਤੋਂ ਪਹਿਲਾ ਮੈਥਡ ਸਮਝਿਆ ਅਸੀਂ ਖਰਚਾ ਵਿਧੀ, ਜਿਹਨੂੰ ਅਸੀਂ ਐਕਸਪੈਂਡੀਚਰ ਮੈਥਡ ਕਿਹਾ, ਕਿ ਭਾਰਤ 'ਚ ਹਰ ਪ੍ਰਕਾਰ ਦੀ ਜਿਹੜੀ ਖਰਚੇ ਆ ਉਹਨਾਂ ਨੂੰ ਕਢਾ ਲਿਆ ਜਾਵੇ ਤਾਂ ਅਸੀਂ ਜੀਡੀਪੀ ਕੈਲਕੂਲੇਟ ਕਰ ਸਕਦੇ ਹਾਂ। ਦੂਜਾ ਮੈਥਡ ਸਮਝਿਆ ਅਸੀਂ ਇਨਕਮ ਮੈਥਡ, ਮਤਲਬ ਕਿ ਆਮਦਨ ਦਾ ਤਰੀਕਾ। ਆਮਦਨ ਦੇ ਤਰੀਕੇ 'ਚ ਅਸੀਂ ਕਿਹਾ ਕਿ ਕਿਉਂ ਨਾ ਲੇਬਰ ਨੂੰ ਉਹਨਾਂ ਦੀ ਵੇਜ ਦੇ ਦਿੱਤੀ ਜਾਵੇ, ਠੀਕ ਆ, ਤੇ ਆਪਣਾ ਜਿਹੜਾ ਵੀ ਉੱਥੇ ਇੰਟਰਪ੍ਰੇਨਿਓਰ ਆ ਉਹਨੂੰ ਜਿਹੜੀ ਵੀ ਉਹਦੇ ਪੂੰਜੀ ਲਾਈ ਆ, ਜਿੰਨੇ ਵੀ ਕੈਪੀਟਲ ਇਨਵੈਸਟ ਕੀਤੀ ਆ, ਉਹਨੂੰ ਉਹਦਾ ਇੰਟਰਸਟ ਦੇ ਦਿੱਤਾ ਜਾਵੇ, ਤੇ ਜਿਹੜਾ ਇੰਟਰਪ੍ਰੇਨਿਓਰ ਆ ਜਿਹੜਾ ਉੱਥੇ ਕੰਮ ਕਰ ਰਿਹਾ ਉਹਨੂੰ ਉਹਦਾ ਪ੍ਰੋਫਿਟ ਦੇ ਦਿੱਤਾ ਜਾਵੇ, ਤੇ ਜਿਹੜੀ ਜ਼ਮੀਨ ਤੇ ਉਹ ਲੱਗਾ ਉਹਨੂੰ ਰੈਂਟ ਦੇ ਦਿੱਤਾ ਜਾਵੇ। ਪਰ ਫਿਰ ਅਸੀਂ ਥੋੜਾ ਜਿਹਾ ਗੱਲ ਕਹੀ ਕਿ ਨਹੀਂ, ਅੱਜ ਦੇ ਸਮੇਂ 'ਚ ਹੋਰ ਵੀ ਕੁਝ ਚੀਜ਼ਾਂ, ਇੰਪਲੋਇਜ਼ ਨੂੰ ਕੁਝ ਕੰਪਨਸੇਸ਼ਨ ਵੀ ਦੇਣੀ ਪੈਂਦੀ ਆ, ਪਲੱਸ ਆਪਰੇਟਿੰਗ ਸਰਪਲਸ ਵੀ ਨਾਮ ਦੀ ਇੱਕ ਚੀਜ਼ ਅਸੀਂ ਵਿੱਚੋਂ ਕੱਢੀ। ਅਸੀਂ ਕਿਹਾ ਸਿੱਧੇ ਤੌਰ ਤੇ ਨਹੀਂ, ਬਟ ਕੁੱਲ ਮਿਲਾ ਕੇ ਅੱਜ ਦੇ ਜ਼ਮਾਨੇ 'ਚ ਇੱਕ ਤਾਂ ਆਪਰੇਟਿੰਗ ਸਰਪਲਸ, ਇੱਕ ਕੰਪਨਸੇਸ਼ਨ ਟੂ ਇੰਪਲੋਇਜ਼, ਤੇ ਇੱਕ ਮਿਕਸਡ ਇਨਕਮ ਆ। ਕਿਉਂਕਿ ਅੱਜ ਦੇ ਜ਼ਮਾਨੇ 'ਚ ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਜਿੱਥੇ ਇੰਟਰਪ੍ਰੇਨਿਓਰ ਖੁਦ ਹੀ ਇਨਵੈਸਟਰ ਆ। ਸੋ ਉੱਥੇ ਉਹਦੀ ਮਿਕਸਡ ਇਨਕਮ ਜਿਹੜੀ ਆ ਉਹ ਕਾਊਂਟ ਹੋਊਗੀ। ਕਿ ਜਿੱਥੇ ਅੱਜ ਆਪਾਂ ਦੇਖਦੇ ਹਾਂ ਆਪਣੇ ਸੈਲਫ ਹੈਲਪ ਗਰੁੱਪ ਹੋ ਗਏ ਜਾਂ ਸਟਾਰਟਅਪਸ ਹੋ ਗਏ, ਉੱਥੇ ਮਿਕਸਡ ਇਨਕਮ ਦਾ ਕੰਸੈਪਟ ਆ, ਉੱਥੇ ਇੰਟਰਪ੍ਰੇਨਿਓਰ ਦੇ ਪ੍ਰੋਫਿਟ ਵਾਲਾ ਕੰਸੈਪਟ ਥੋੜਾ ਜਿਹਾ ਘੱਟ ਹੁੰਦਾ ਹੈ। ਟੈਕਨੀਕਲੀ ਇਹਨਾਂ ਚੀਜ਼ਾਂ ਨੂੰ ਸਮਝ ਕੇ ਅਸੀਂ ਦੇਖਿਆ ਕਿ ਹਾਂ ਇੱਕ ਇਨਕਮ ਮੈਥਡ ਵੀ ਹੈਗਾ ਹੈ। ਫਿਰ ਇੱਕ ਤੀਸਰਾ ਮੈਥਡ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਕਿਹਾ ਵੈਲਿਊ ਐਡੀਸ਼ਨ ਮੈਥਡ, ਮਤਲਬ ਕਿ ਕਿਸੇ ਚੀਜ਼ ਦੀ ਵੈਲਿਊ ਨੂੰ ਵਧਣ ਵਾਲਾ ਤਰੀਕਾ। ਵੈਲਿਊ ਐਡੀਸ਼ਨ ਮੈਥਡ 'ਚ ਅਸੀਂ ਕਿਹਾ ਸੀ ਕਿ ਇਹ ਤਾਂ ਯਾਰ ਬੜੀ ਸਿੰਪਲ ਜੀ ਕੰਸੈਪਟ, ਵੈਲਿਊ ਐਡੀਸ਼ਨ ਮੈਥਡ ਤਾਂ ਬੜਾ ਸਿੰਪਲ ਜਿਹਾ ਮੈਥਡ ਆ, ਕਿ ਵੈਲਿਊ ਐਡੀਸ਼ਨ ਮੈਥਡ 'ਚ ਤਾਂ ਫਾਰਮੂਲਾ ਬੜਾ ਕਲੀਅਰ ਆ ਕਿ ਇੱਕ ਚੀਜ਼ ਇੱਕ ਜਗ੍ਹਾ ਤੇ ਬਣੀ ਆ 100 ਰੁਪਏ ਦੀ, ਉਹਦੇ 'ਚ 30 ਰੁਪਏ ਅਗਲੇ ਨੇ ਐਡ ਕੀਤੇ, 40 ਰੁਪਏ ਅਗਲੇ ਨੇ, ਅੱਛਾ ਉਹ ਚੀਜ਼ ਇੰਨੇ ਦੀ ਆ। ਹਰ ਚੀਜ਼ ਦੇ ਵਿੱਚ ਕਿੰਨੀ ਕਿੰਨੀ ਵੈਲਿਊ ਐਡ ਹੋਈ ਆ, ਤੇ ਇੰਡੀਆ ਦੀਆਂ ਸਾਰੀਆਂ ਚੀਜ਼ਾਂ ਪਤਾ ਕਰ ਲਓ। ਆਪਣੇ ਆਪ ਹੀ ਇਹ ਮੈਥਡ ਕੀ ਆ, ਜੀਡੀਪੀ ਕੈਲਕੂਲੇਟ ਕਰਨ ਦਾ, ਸਕਲ ਘਰੇਲੂ ਉਤਪਾਦ ਮੈਥਡ ਕਰਨ ਦਾ ਤੀਸਰਾ ਮੈਥਡ ਆ ਵੈਲਿਊ ਐਡੀਸ਼ਨ, ਕਿ ਕਿੰਨੀ ਕਿਸੇ ਦੇ ਵਿੱਚ ਉਹਦੀ ਮੁੱਲ ਐਡ ਹੋਇਆ, ਜੁੜਿਆ ਹੈ, ਠੀਕ ਆ। ਮੁੱਲ ਜੋੜ ਪ੍ਰਕਿਰਿਆ ਜਿਹਨੂੰ ਆਪਾਂ ਕਹਿ ਦਿੰਦੇ ਆ, ਕਿ ਕਿਸੇ ਦੇ ਮੁੱਲ 'ਚ ਕਿੰਨੀ ਵ੍ਰਿੱਧੀ ਹੋਈ ਆ, ਉਸ ਆਧਾਰ ਤੇ ਤੁਸੀਂ ਜੀਡੀਪੀ ਕੈਲਕੂਲੇਟ ਕਰ ਲਓ। ਸੋ ਕੁੱਲ ਮਿਲਾ ਕੇ ਮੈਂ ਹੁਣ ਤੱਕ ਕੀ ਕੀਤਾ, ਜੀਡੀਪੀ ਕੀ ਚੀਜ਼ ਹੁੰਦੀ ਆ, ਜੀਡੀਪੀ ਤੋਂ ਐਨਡੀਪੀ ਕਿਵੇਂ ਬਣਦੀ ਆ, ਜੀਡੀਪੀ ਤੋਂ ਜੀਐਨਪੀ ਕਿਵੇਂ ਬਣਦੀ ਆ, ਤੇ ਜੀਐਨਪੀ ਤੋਂ ਐਨਐਨਪੀ ਕਿਵੇਂ ਬਣਦੀ ਆ, ਸਾਰਿਆਂ 'ਚ ਰਿਲੇਸ਼ਨ। ਉਸ ਤੋਂ
बाद मैं फैक्टर कॉस्ट ते मार्केट प्राइस च फर्क, उस तो बाद जीडीपी तो बाद असीं पता किता नैशनल इनकम की है, पर कैपिटल इनकम की है, डिस्पोजल कैपिटल इनकम की है, फैक्टर कॉस्ट ते मार्केट प्राइस च फर्क की है। हुण अगला कंसैप्ट आ जाओ, हुण आपां एक नवें कंसैप्ट ते आ गए ते सानू फिर स्क्रीन नू यूज करना पैना है। हुण कहानी इस तो एक स्टैप अगे आ गई, ये लैक्चर बड़ा इंपॉर्टेंट है, ईवन कि इकोनॉमी सारी बड़ी इंपॉर्टेंट है। पहला मैं ये इकोनॉमी के सारे टॉपिक्स कवर करूंगा ते वधिया कवर हो जूगी ते जल्दी कवर हो जूगी। इकोनॉमी वास्ते किताब जिहड़ी आ, देखो जिन्ना ज़्यादा इंग्लिश मीडियम आ, पंजाबी मीडियम वालियां वास्ते तां नोट्स मोर दैन सफिशेंट आ। इंग्लिश मीडियम वाले नोट्स तो है ही आ, क्योंकि इंग्लिश मीडियम नूं हमेशा एक एडवांटेज रहा है चीज़ों को पढ़न का। नितिन संघानिया की किताब बेस्ट आ, उस तो उपर आपां ना जाना ना थले जाना है, ठीक है। खैर आपां अपने मसले ते आ गए। हुण एक नवीं चीज़ होर आ गई, कहंदे जिहड़ा तुसीं टैक्स शब्द पढ़िया सीगा, हुण इस टैक्स नूं दो प्रकार नाल वंड लिया जावे। एक तुहाडी प्रोडक्शन ते लगण वाला टैक्स, तुहाडे उत्पादन ते लगण वाला टैक्स, एक तुहाडे उत्पाद ते लगण वाला टैक्स, तुहाडे समान ते लगण वाला टैक्स। हुण उत्पाद ते उत्पादन कर, ये दो शब्द नਵੇਂ निकल के आए आ ते ये टैक्नीकली बड़े टैक्नीकल शब्द ने, प्रोडक्शन टैक्स ते प्रोडक्ट टैक्स। क्योंकि अज के जमाने दे विच देखो जीडीपी कैलकुलेट करन दे किन्ने मैथड आ तुहाडे कोल। एक मैथड का नाम की है इनकम मैथड, एक मैथड का की नाम सीगा एक्सपेंडिचर मैथड, एक का नाम सी वैल्यू एडिशन मैथड। तीन मैथड सीगे जीडीपी कैलकुलेट करन दे, भुल जाओ इन्हां नूं। हुण जिहड़ी जीडीपी कैलकुलेट होके आई आ, तां मोदी जी जो देश के प्रधानमंत्री बने कहते जीडीपी नहीं, एक होर शब्द हुंदा है जीवीए, ग्रॉस वैल्यू एडिशन। ग्रॉस वैल्यू एडिशन ते जीडीपी कैलकुलेट करन दा वैल्यू एडिशन मैथड आपस में सिमिलर लगते हैं, पर ग्रॉस वैल्यू एडिशन एक नवा शब्द आ। अज के जमाने च लोग जीडीपी की बजाय जीवीए कैलकुलेट करते हैं, ये गल सही है कि गलत आ, हुण आपां ये देखते हैं। इट मीनस लोग जीडीपी कैलकुलेट करते करते हुण वैल्यू जीवीए भी कैलकुलेट करन लग पे आ। ये जीवीए एक नवे प्रकार की जीडीपी टाइप चीज़ आ। तुसीं कहोगे हुण तक जीवीए शब्द ही नहीं सी आया, पर जे तुसीं पंजाब दा जां भारत दा आर्थिक सर्वेखण पढ़ो, इकनॉमिक सर्वे पढ़ो, जिहदे च कि भारत की सारी रिपोर्ट हुंदी है, पिछले साल भारत ने जो करतूत करी है इकोनॉमिक्स के मामले च, तां वो सारी उत्थे पई हुंदी है ते उत्थे लिखिया हुंदा है कि फलाने सैक्टर की जीवीए इन्नी आ, फलाने सैक्टर की जीवीए इन्नी आ। जद कि अज तो 4 साल पहलां दे इकनॉमिक सर्वे च लिखिया हुंदा सी फलाने की जीडीपी इन्नी आ, उत्थों की जीडीपी इन्नी आ, उत्थे जीडीपी इन्नी आ। ये जीडीपी जीवीए च तब्दील कदों हो गई? आखिर वो किहड़े स्टैटिस्टिशियन सीगे जिन्हां ने मोदी नूं सलाह दित्ती कि बई अंक गणित विज्ञान दे वो किहड़े लोग ने जिन्हां ने मोदी नूं सलाह दित्ती कि यार जीडीपी नहीं जीवीए कैलकुलेट करी दी है, ते जीवीए क्यों कैलकुलेट करी दी है, ये जीवीए टर्म आ कित्थों गई है। सो आ जाओ हुण अज का मुद्दा है ते नोट्स दे विच साफ लिखिया होया पूरी डिटेल च जीडीपी वर्सिस जीवीए। ये चीज़ साडी उदों आई आ जदों 2015 दे विच जीडीपी कैलकुलेशन दे विच बहुत सारे स्ट्रक्चरल बदलाव करे गए आ, ढांचागत बदलाव किया गया। उहदे च एक बदलाव ये सीगा कि सैक्टर वाइज सानू जीवीए कैलकुलेट करनी चाहिए है, सैक्टर वाइज जीवीए ते ओवरऑल जीडीपी बन जूगी। फिर किवें हुण देखते हैं जीडीपी ते जीवीए च फर्क की है, हुण ये भी कैलकुलेट करिए। कहंदे एक गल होर तुसीं इदां करो, हर सैक्टर दे विच तुसीं ये चैक करो, एक सैक्टर आ छोटा जिहा सैक्टर है एक, इस छोटे जे सैक्टर च देखो कि किन्नी ग्रॉस वैल्यू एडिशन हुई है, ठीक है। फलाने सैक्टर दे विच किन्नी ग्रॉस वैल्यू एडिशन हुई है, एक इस सैक्टर दे विच किन्नी ग्रॉस वैल्यू एडिशन हुई है। छोटे छोटे सैक्टरां च पूरी इंडिया की इकोनॉमी नूं वंड लो, फिर इन्हां सारे सैक्टरां की इकोनॉमी नूं आपस जीवीए नूं आपस ग्रॉस वैल्यू एडिशन जिहड़ी इत्थे मुੱਲ वृद्धि हुई है, कुल मुੱਲ वृद्धि हर सैक्टर दे विच जिहड़ी हुई है उन्हां सारिआं नूं की कर लो ऐड। ਜਿਹੜੇ ਤੁਹਾਡੇ ਚੋਂ नहीं जानते उन्होंने मैं समझा दा कि आ साइन ना मैथ च ऐड का हुंदा है, ਇਹਨੂੰ ਇੰਗਲਿਸ਼ ਚ ਸਮੈਸ਼ਨ ਕਹਿ ਦਿੰਦੇ ਆ। ਪੰਜਾਬੀ ਚ ਇਹ ਹੁੰਦਾ ਕਿ ਪਹਿਲੇ ਵਾਲੀ ਦੂਜੇ ਵਾਲੀ ਤੀਜੇ ਵਾਲੀ 20 25 50 100 150 250 1000 ਟਰਮਾਂ ਨੂੰ ਜੋੜਨ ਦਾ ਮਤਲਬ ਆ ਸਭ ਨੂੰ ਆਪਸ ਚ ਐਡ ਕਰ ਲਿਆ ਗਿਆ। ਕਹਿੰਦੇ ਜਦੋਂ ਤੁਸੀਂ ਸਾਰੇ ਸੈਕਟਰਾਂ ਦੀ ਵੈਲਿਊ ਐਡੀਸ਼ਨ ਐਡ ਕਰੋਗੇ ਇਹਨੂੰ ਦੇਸ਼ ਦੀ ਜੀਡੀਪੀ ਕਹਿ ਸਕਦੇ ਹੋ, ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿ ਸਕਦੇ ਹੋ। ਕੱਲੇ ਕੱਲੇ ਸੈਕਟਰ ਦੇ ਕੇਸ ਚ ਜੀਡੀਪੀ ਨਹੀਂ ਹੁੰਦੀ, ਜੀਡੀਪੀ ਤਾਂ ਦੇਸ਼ ਦੀ ਹੁੰਦੀ ਆ। ਤਾਂ ਤੁਸੀਂ ਸ਼ਬਦ ਹੀ ਕਿਉਂ ਵਰਤਦੇ ਹੋ ਜੀਡੀਪੀ ਸੈਕਟਰ ਵਾਈਜ਼ ਤੇ? ਸੈਕਟਰ ਜਾਂ ਸੈਕਟਰਾਂ ਤੋਂ ਛੋਟੇ ਛੋਟੇ ਸਬ ਸੈਕਟਰਾਂ ਵਾਸਤੇ ਤੁਸੀਂ ਜੀਡੀਪੀ ਸ਼ਬਦ ਨਾ ਵਰਤੋ। ਜੀਡੀਪੀ ਜਾਂ ਦੇਸ਼ ਦੀ ਹੁੰਦੀ ਆ, ਹੱਦ ਇੱਕ ਸਟੇਟ ਦੀ ਹੁੰਦੀ ਆ। ਚਲੋ ਜੀ ਜੇ ਇੱਕ ਸਟੇਟ ਦੀ ਆ ਫਿਰ ਉਹਨੂੰ ਕੀ ਕਵਾਂਗੇ? ਜੀਐਸਡੀਪੀ,
ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਕਿ ਰਾਜ ਸਕਲ ਘਰੇਲੂ ਉਤਪਾਦ ਸਟੇਟ ਦੀ ਹੁੰਦੀ ਹੈ। ਛੋਟੇ ਛੋਟੇ ਸੈਕਟਰਾਂ ਦੀ ਜੀਡੀਪੀ ਜਾਂ ਜੀਐਸਟੀ ਵੀ ਨਹੀਂ ਹੁੰਦੀ, ਛੋਟੇ ਛੋਟੇ ਸੈਕਟਰਾਂ ਦੀ ਕੀ ਹੁੰਦੀ ਆ, ਜੀਵੀਏ ਹੁੰਦੀ ਆ। ਤੇ ਜੀਵੀਏ ਵਨ ਐਂਡ ਦੀ ਸੇਮ ਥਿੰਗ ਐਜ਼ ਜੀਡੀਪੀ, ਬਟ ਜਦੋਂ ਸੈਕਟਰ ਵਾਈਜ਼ ਜਾਂ ਮੰਨ ਲਓ ਕੋਈ ਮੈਨੂੰ ਕਹਦੇ ਆ ਫਲਾਣੀ ਫੈਕਟਰੀ ਆ, ਇਹਨਾਂ ਦੀ ਜੀਵੀਏ ਚੈੱਕ ਕਰਿਓ ਕਿੰਨੀ ਆ, ਇਹ ਨਹੀਂ ਕਹਿ ਸਕਦੇ ਯਾਰ ਇੱਥੋਂ ਦੀ ਜੀਡੀਪੀ ਚੈੱਕ ਕਰੋ, ਕਿਉਂਕਿ ਉਹ ਇੱਕ ਛੋਟੇ ਜਿਹੇ ਯੂਨਿਟ ਦੀ ਆ, ਦੈਟ ਮਸਟ ਬੀ ਗ੍ਰੋਸ ਵੈਲਿਊ ਐਡੀਸ਼ਨ। ਚਲੋ ਗੱਲ ਇਹ ਆ, ਫਿਰ ਇਹ ਤਾਂ ਦੇਖੋ ਮੋਦੀ ਜੀ ਤੇ ਇੱਕ ਆਰੋਪ ਹੋਰ ਲੱਗ ਗਿਆ ਕਿ ਇਹਦਾ ਨਾਮ ਹੀ ਬਦਲਿਆ, ਗੱਲ ਤਾਂ ਕੋਈ ਨਹੀਂ, ਨਹੀਂ ਅੰਦਰ ਵੀ ਬਦਲਾਵ ਕੀਤਾ ਹੈ। ਹੁਣ ਅੰਦਰਲੇ ਪੱਧਰ ਤੇ ਜਿਹੜਾ ਬਦਲਾਵ ਕੀਤਾ ਹੈ ਹੁਣ ਉਹਦੇ 'ਚ ਵੀ ਆ ਜਾਓ। ਤੇ ਇਹ ਚੀਜ਼ਾਂ ਮੈਂ ਤੁਹਾਨੂੰ ਬੜੀ ਆਸਾਨੀ ਨਾਲ ਦਿਖਾਊਂਗਾ ਕਿ ਇਹ ਬਹੁਤ ਸਿੰਪਲ ਚੀਜ਼ਾਂ ਨੇ, ਬਟ ਗੱਲ ਇਹ ਆ ਕਿ ਟੈਕਨੀਕਲੀ ਜਿਹਨੂੰ ਸਮਝ ਆ ਗਈਆਂ ਉਹਦੇ ਵਾਸਤੇ ਸਹੀ ਨੇ, ਠੀਕ ਆ। ਖੈਰ ਆਜੋ ਜੀ, ਆਪਾਂ ਹੁਣ ਇਸ ਪੁਆਇੰਟ ਨੂੰ ਅੱਗੇ ਵਧਾਉਣੇ ਆ, ਠੀਕ ਆ। ਸਪੋਜ਼ ਕਰੋ ਤੁਸੀਂ ਇੱਕ ਛੋਟੇ ਜਿਹੇ ਯੂਨਿਟ ਦੇ ਵਿੱਚ ਗਏ, ਇੱਕ ਖਾਦ ਬਣਾਉਣ ਵਾਲੀ ਫੈਕਟਰੀ 'ਚ ਗਏ, ਤੁਸੀਂ ਉੱਥੇ ਦੇਖਿਆ ਕਿ ਖਾਦ ਬਣਾਉਣ ਵਾਸਤੇ ਲੇਬਰ ਨੂੰ ਕੀ ਚਾਹੀਦਾ ਹੈ, ਕੈਪੀਟਲ ਜਿਹੜੀ ਉੱਥੇ ਲੱਗੀ ਉਹਨੂੰ ਕੀ ਚਾਹੀਦਾ ਹੈ, ਇੰਪਲੋਏ ਨੂੰ ਕੀ ਚਾਹੀਦਾ, ਫਲਾਣੇ ਨੂੰ ਢਮਕਾਣੇ ਨੂੰ, ਇਹਨੂੰ ਉਹਨੂੰ ਕੀ ਚਾਹੀਦਾ, ਉਹਨਾਂ ਸਭ ਦੇ ਖਰਚੇ ਜੋੜ ਲਏ। ਉਹਨੂੰ ਤੁਸੀਂ ਕਿਹਾ ਕਿ ਦਿਸ ਇਜ਼ ਦ ਜੀਵੀਏ ਐਟ ਫੈਕਟਰ ਕਾਸਟ, ਕਿ ਲਾਗਤ ਚੀਜ਼ ਨੂੰ ਬਣਾਉਣ ਵਾਸਤੇ ਜੋ ਚਾਹੀਦਾ ਸੀ ਨੈਟ ਜੀਵੀਏ। ਇਹਨੂੰ ਹੁਣ ਤੁਸੀਂ ਜੀਡੀਪੀ ਨਹੀਂ ਕਹਿਣਾ, ਹੁੰਦੀ ਹੈ ਜੀਡੀਪੀ ਆ, ਪਰ ਇੱਕ ਯੂਨਿਟ ਦੇ ਕੇਸ 'ਚ, ਇੱਕ ਪ੍ਰੋਡਕਟ ਦੇ ਕੇਸ ਦੇ ਵਿੱਚ, ਇੱਕ ਛੋਟੇ ਜਿਹੇ ਸੈਕਟਰ ਦੇ ਕੇਸ ਦੇ ਵਿੱਚ ਜੀਡੀਪੀ ਸ਼ਬਦ ਨਹੀਂ ਵਰਤੀਦਾ। ਕੀ ਸ਼ਬਦ ਵਰਤੀਦਾ ਹੈ? ਜੀਵੀਏ, ਗ੍ਰੋਸ ਵੈਲਿਊ ਐਡੀਸ਼ਨ। ਪੱਲੇ ਪੈ ਗਈ, ਦਿਸ ਇਜ਼ ਕਾਲਡ ਫੈਕਟਰ ਕਾਸਟ, ਠੀਕ ਆ। ਹੁਣ ਤੁਹਾਨੂੰ ਕਿਹਾ ਕਿ ਅੱਛਾ ਯਾਰ ਠੀਕ ਆ, ਤੁਹਾਡੇ ਚੋਂ ਕੋਈ ਕਹੂਗਾ ਸਰ ਸਾਨੂੰ ਪਤਾ ਹੈ ਜੀ ਜੀਵੀਏ ਫੈਕਟਰ ਕਾਸਟ ਕੀ ਹੁੰਦੀ ਹੈ, ਤੁਸੀਂ ਸਾਨੂੰ ਪਹਿਲਾਂ ਕਹਿੰਦੇ ਸੀ WIPR, ਹੁਣ WIPR ਨਹੀਂ ਹੁੰਦੀ ਸਰ, ਹੁਣ ਸਾਨੂੰ ਪਤਾ ਹੈ ਕਿ ਜੀ ਇੱਕ ਉਹਦੇ 'ਚ ਹੁੰਦਾ ਹੈ ਆਪਣੇ ਕੋਲ ਮਿਕਸਡ ਇਨਕਮ, ਇੱਕ ਹੁੰਦੀ ਆ ਆਪਰੇਟਿੰਗ, ਕੀ ਸ਼ਬਦ ਵਰਤਿਆ ਸੀ ਆਪਾਂ, ਆਪਰੇਟਿੰਗ ਨਹੀਂ ਆਪਾਂ ਆਪਰੇਸ਼ਨ ਸਰਪਲਸ, ਠੀਕ ਆ। ਫਿਰ ਵੀ ਚਲੋ ਆਪਾਂ ਇੱਕ ਵਾਰੀ ਕਲੀਅਰ ਕਰਾ ਦਾਂ ਮੈਂ ਤੁਹਾਨੂੰ ਕਿ ਕਿੱਥੇ ਆ, ਆ ਜਾਓ। ਆਪਾਂ ਇੱਕ ਸ਼ਬਦ ਵਰਤਿਆ ਸੀ ਆਪਰੇਸ਼ਨ ਸਰਪਲਸ, ਇਨਕਮ ਮੈਥਡ 'ਚ ਇੱਕ ਆਪਾਂ ਸ਼ਬਦ ਵਰਤਿਆ ਸੀਗਾ ਆਪਰੇਟਿੰਗ ਸਰਪਲਸ, ਜਿਹਦੇ 'ਚ ਆਪਾਂ ਰੈਂਟ, ਇੰਟਰਸਟ ਤੇ ਪ੍ਰੋਫਿਟ ਨੂੰ ਇਨਕਲੂਡ ਕਰ ਲਿਆ ਸੀ। ਇੱਕ ਚੀਜ਼ ਵਰਤੀ ਸੀਗੀ ਆਪਾਂ ਕੰਪਨਸੇਸ਼ਨ ਟੂ EMPLOYEES ਤੇ ਇੱਕ ਮਿਕਸਡ ਇਨਕਮ, ਠੀਕ ਆ। ਤਿੰਨ ਚੀਜ਼ਾਂ ਆਪਾਂ ਵਰਤੀਆਂ ਸੀਗੀਆਂ। ਆਜੋ ਜੀ ਹੁਣ ਆਪਾਂ ਵਾਪਸ ਆਪਣੀ ਸਕਰੀਨ ਤੇ ਚੱਲਦੇ ਹਾਂ। ਇੱਕ ਆਪਾਂ ਮਿਕਸਡ ਇਨਕਮ, ਇੱਕ ਆਪਰੇਟਿੰਗ ਸਰਪਲਸ, ਤੇ ਇੱਕ ਆਪਾਂ ਸ਼ਬਦ ਵਰਤਿਆ ਸੀਗਾ ਕਿਹੜਾ, ਕੰਪਨਸੇਸ਼ਨ ਟੂ EMPLOYEES। ਆਹੀ ਆ। ਪਹਿਲਾਂ ਆਪਾਂ ਇਹਨੂੰ ਦੂਜੇ ਤਰੀਕੇ ਨਾਲ ਵਰਤਦੇ ਹੁੰਦੇ ਸੀ, ਕਿਵੇਂ ਭਲਾ, WIPR, ਉਹ ਬਦਲ ਕੇ ਆ ਕਰ ਲਿਆ, ਕੋਈ ਫਰਕ ਨਹੀਂ ਪਿਆ। ਅਸੀਂ ਗ੍ਰੋਸ ਵੈਲਿਊ ਐਡੀਸ਼ਨ ਐਟ ਫੈਕਟਰ ਕਾਸਟ ਪਤਾ ਕਰ ਲਈ ਕਿ ਆ ਹੁੰਦੀ ਹੈ ਕਿ ਇੱਕ ਚੀਜ਼ ਬਣਾਉਣ ਦੀ ਲਾਗਤ, ਮੰਨ ਲਓ ਇੱਕ ਪੈਕੇਟ ਆਪਾਂ ਖਾਦ ਦਾ ਬਣਾਉਣਾ ਹੈ, ਤਾਂ ਅਸੀਂ ਆਪਰੇਟਿੰਗ ਸਰਪਲਸ ਦੇ ਵਿੱਚ ਜੋੜ ਲਿਆ ਸਭ ਕੁਝ, ਇੰਟਰਸਟ ਵੀ ਜੋੜ ਲਿਆ, ਰੈਂਟ ਵੀ ਜੋੜ ਲਿਆ, ਜੋ ਜੋ ਜੋੜਨਾ ਸੀ। ਮਿਕਸਡ ਇਨਕਮ ਦੇ ਵਿੱਚ ਅਸੀਂ ਉਹ ਇੰਟਰਪ੍ਰੇਨਿਓਰ ਦਾ ਪ੍ਰੋਫਿਟ ਵਗੈਰਾ ਜੋੜ ਲਿਆ, ਤੇ ਕੰਪਨਸੇਸ਼ਨ ਟੂ EMPLOYE 'ਚ ਉਹਨੂੰ ਦੇਣ ਵਾਲੀਆਂ ਵੇਜਿਸ ਜੋ ਅਸੀਂ ਉਹਨੂੰ ਤਨਖਾਹਾਂ ਦਿੱਤੀਆਂ, ਤੇ ਪਲੱਸ ਜਿਹੜਾ ਅਸੀਂ ਉਹਨੂੰ 10% ਜਾਂ ਜੋ ਵੀ ਅਸੀਂ ਉਹਨੂੰ ਇੰਸ਼ੋਰੈਂਸ ਦੇ ਰਹੇ ਹਾਂ ਸਭ ਇਹਦੇ 'ਚ ਜੋੜ ਲਿਆ। ਇੱਕ ਖਾਦ ਦਾ ਪੈਕੇਟ ਸਿਰਫ ਇੰਨੇ ਖਰਚੇ 'ਚ ਹੀ ਬਣ ਕੇ ਤਿਆਰ ਹੋਇਆ? ਨਹੀਂ, ਖਾਦ ਦੇ ਪੈਕੇਟ ਦੇ ਵਿੱਚ ਸਾਰਾ, ਤੁਹਾਨੂੰ ਲੱਗਦਾ ਕਿ ਸਭ ਕੁਝ ਆ ਗਿਆ। ਆਪਰੇਟਿੰਗ ਸਰਪਲਸ ਦੇ ਵਿੱਚ ਜਿਹੜੇ ਬੰਦੇ ਨੇ ਖਾਦ ਤੇ ਕੈਪੀਟਲ ਲਾਈ ਆ, ਤੁਸੀਂ ਕਹੋਗੇ ਸਰ ਉਹਦੇ ਤੇ ਲੱਗਣ ਵਾਲੀ ਕੈਪੀਟਲ ਉਹ 'ਚ ਕਿੱਥੋਂ ਰॉ ਮਟੀਰੀਅਲ ਆਇਆ, ਉਹ ਵੀ ਕਾਊਂਟ ਹੋ ਗਿਆ। ਅਸੀਂ ਪ੍ਰੋਫਿਟ ਵੀ ਕਾਊਂਟ ਕਰ ਲਿਆ, ਇੰਟਰਪ੍ਰੇਨਿਓਰ ਦੀ ਮਿਕਸਡ ਇਨਕਮ ਵੀ ਕਾਊਂਟ ਕਰ ਲਈ, ਅਸੀਂ ਤਾਂ ਮੁਲਾਜ਼ਮ ਵੀ ਕਾਊਂਟ ਕਰ ਲਏ। ਫਿਰ ਕੀ ਬਚਿਆ? ਜਿਹੜੇ ਸ਼ਹਿਰ 'ਚੋਂ ਫੈਕਟਰੀ ਲਾਈ ਹੋਈ ਆ, ਜਿਹੜੇ ਸ਼ਹਿਰ 'ਚ ਤੁਸੀਂ ਫੈਕਟਰੀ ਲਾਈ ਆ, ਉਸ ਸ਼ਹਿਰ ਦਾ ਨਾਮ ਸਪੋਜ਼ ਕਰੋ ਗੋਬਿੰਦਗੜ੍ਹ ਆ ਜਾਂ ਪਟਿਆਲਾ ਹੈ। ਪਟਿਆਲਾ ਮੁਨਸੀਪਲ ਕਾਰਪੋਰੇਸ਼ਨ ਵਾਲੇ ਤੁਹਾਡੇ ਕੋਲ ਕੋਈ ਉੱਥੋਂ ਦੀ ਸਲਿੱਪ ਕੱਟ ਕੇ ਗਏ ਹੋਣੇ ਨਾ ਕਿ ਬਈ ਕੀ ਕਿਹਦੀ ਸਲਿੱਪ ਆ ਜੀ, ਇਹ ਆ ਜੀ ਫਲਾਣਾ ਟੈਕਸ, ਜਿਹੜਾ ਕਿ ਤੁਹਾਡੇ ਸਾਰੇ ਫੋਕਲ ਪੁਆਇੰਟ ਵਾਲਿਆਂ ਨੂੰ ਭਰਨਾ ਪੈਂਦਾ ਹੈ। ਜਿੱਥੇ ਤੁਹਾਡਾ ਇੰਡਸਟਰੀਅਲ ਏਰੀਆ ਹੈ ਸਭ ਨੂੰ ਜੀ ਆ ਟੈਕਸ ਭਰਨਾ ਪੈਂਦਾ ਹੈ। ਫਲਾਣਾ ਟੈਕਸ, ਆਹ ਟੈਕਸ, ਪਾਣੀ ਦਾ ਟੈਕਸ, ਸੀਵਰੇਜ ਦਾ ਟੈਕਸ, ਆਹ ਟੈਕਸ। ਤੁਸੀਂ ਕਹੋਗੇ ਸਰ ਮੈਂ ਤਾਂ 4 ਫੈਕਟਰੀ ਬਣਾਉਣਾ ਦਿਨ 'ਚ, ਉਹ ਕਹਿਣਗੇ ਭਾਵੇਂ 4 ਬਣਾ, ਭਾਵੇਂ 400 ਬਣਾ, ਭਾਵੇਂ ਸੋਨੇ ਦਾ ਕੰਮ ਕਰ, ਭਾਵੇਂ ਤੂੰ ਕੋਲੇ ਦਾ ਕੰਮ ਕਰ, ਤੈਨੂੰ ਇੱਕ ਟੈਕਸ ਤਾਂ ਪੱਕਾ ਹੀ ਦੇਣਾ ਪੈਣਾ ਹੈ। ਇਸ ਟੈਕਸ ਨੂੰ ਆਪਾਂ ਅਣਗੌਲਿਆਂ ਕਰ ਦਿੰਦੇ ਆ, ਜਿਹੜਾ ਤੁਹਾਨੂੰ ਪੂਰੇ ਉਤਪਾਦਨ ਤੇ ਦੇਣਾ ਪੈਂਦਾ ਹੈ, ਇੱਕ ਪ੍ਰੋਡਕਟ ਤੇ ਨਹੀਂ। ਤੁਸੀਂ ਕਹੋ ਯਾਰ ਮੈਂ ਤਾਂ 4 ਪੈਕਟ ਬਣਾਉਣਾ, ਉਹ ਕਹਿੰਦੇ ਭਾਵੇਂ 10 ਬਣਾਉਣਾ, ਸਾਨੂੰ ਕੀ ਆ, ਸੀਵਰੇਜ ਦਾ ਪਾਣੀ ਵਰਤਦਾ, ਸੀਵਰੇਜ ਦਾ ਟੈਕਸ ਸਭ ਨੂੰ ਪੇ ਕਰਨਾ ਪੈਣਾ ਹੈ। ਉਹਨੂੰ ਕਹਿੰਦੇ ਆ ਉਤਪਾਦਨ ਕਰ, ਪ੍ਰੋਡਕਟ ਟੈਕਸ ਨਹੀਂ। ਉਹ ਕਿਹੜਾ ਟੈਕਸ ਹੁੰਦਾ ਹੈ?
प्रोडक्शन ते लगन वाला टैक्स माइनस फिर सीएम साहब अनाउंस कर देन कि पटियाले के फोकल पॉइंट से सारे शहरों के फोकल पॉइंटा नूं बिजली ते इन्नी सबसिडी भावें वो 2 पैकेट बनाते छोटा काम आ वड्डा काम आ सब नूं सबसिडी मिल गई वो किसी एक पैकेट या 2 पैकेटा ते नहीं मिली वो तो पूरी की पूरी प्रोडक्शन ते मिली है सबसिडी प्रोडक्शन उत्पादन ते मिलने वाली सबसिडी ये विचों घटा दो क्योंकि उन्होंने खर्चे जो घट गई कि हजे भी समान फैक्ट्री चो बाहर गया है नहीं गया अजे तो अंदर ही आ बाहर तो गया ही नहीं तो ये वास्ते असी नवा शब्द वरत्या कि अच्छा अंदर भी एक प्रोडक्शन टैक्स ते प्रोडक्शन होंदी है सबसिडी जिहदा असीं अज तक जिक्र नहीं किया इट मीनस इनू कहांगे ग्रॉस वैल्यू एडिशन इनू कहांगे नवीं आधार मुल ते बेसिक प्राइस ते दिस इज कॉल्ड ग्रॉस वैल्यू एडिशन एट किहड़ा प्राइस बेसिक प्राइस कहंदे इदां करो हुण इसे समान नूं ट्रक च भर के बाहर लै जाओ जदों एक पैकेट गया बाहर ग्रॉस वैल्यू एडिशन एट बेसिक प्राइस नाल आधार मुल ते ग्रॉस वैल्यू एडिशन करके एक पैकेट बाहर गया कहंदे जे एक पैकेट बाहर जाऊगा हुण उस एक पैकेट ते टैक्स लगूगा हुण उत्पादन ते टैक्स नहीं लग रहा हुण पर यूनिट ते टैक्स लगूगा इनू कहांगे प्रोडक्ट टैक्स किहड़ा टैक्स प्रोडक्ट टैक्स हाँ जी इनू आपां कहांगे प्रोडक्ट टैक्स ते कई बारी सरकार ये कह दिंदी है कि असीं ना खाद दे कट्टियां ते सबसिडी देनी है किन्नी देनी है जी 100 रुपए कट्टा एक पैकेट ते 100 रुपए तो वह वाली सबसिडी जिहड़ी सरकार फैक्ट्री चों बाहर जाके दिंदी है उहनूं आपां किहड़ी सबसिडी कहांगे प्रोडक्ट ते मिलण वाली सबसिडी मतलब जो तुसीं उत्पाद किता उहदे ते सबसिडी ना कि प्रोडक्शन ते उत्पादन ते नहीं जिहड़ा एक उत्पाद पैदा किता उहदे ते हुण तुसीं वो चीज़ नूं लैके कित्थे पहुंच गए हो मार्केट च दिस इज कॉल्ड जीवीए एट मार्केट प्राइस ये तो एक फैक्ट्री की जीवीए है जदों तुसीं एक फैक्ट्री तो कई फैक्ट्रियां की जीवीए कड्ढी सारियां खाद वालियां फैक्ट्रियां की जीवीए कढ़ ली फिर तुसीं सारे देश दीयां खाद वालियां फैक्ट्रियां की जीवीए कढ़ ली फिर सारे देश दीयां कुर्सियां बनाउण वालियां फैक्ट्रियां की जीवीए कढ़ ली फिर सारे देश के पक्खे बनाउण वालियां फैक्ट्रियां की जीवीए कढ़ ली फिर तुसीं सारे देश के बैंकों की जीवीए कढ़ ली जदों तुसीं ओवरऑल साडे देश के हर कोने चों जीवीए कैलकुलेट करके लिआंदी फिर उन्हां सारियां जीवीएज नूं की करता ऐड करता मार्केट प्राइस वाली जीवीए नूं ऐड कर लिया ये साडे देश की की बन गई जीडीपी बन गई समैशन ऑफ ऑल वैल्यूज ऑफ जीवीए फ्रॉम ईच एंड एवरी सैक्टर हर सैक्टर चों हर खेतर दे हर एक इंडस्ट्री की जीवीए कढ़ के मार्केट प्राइस वाली किहड़ी भला मार्केट प्राइस वाली जीवीए कढ़ के उन्हां सारियां नूं जोड़ता वो साडे देश की जीडीपी बन गई उदाहरण के तौर पर कोई मैनूं कहे कि पंजाब की जीडीपी 6 लाख करोड़ ਇਹਦਾ ਕੀ मतलब आ कि पंजाब की जीडीपी 6 लाख करोड़ ਇਹਦਾ मतलब पंजाब के सारे सैक्टरां की कुल वैल्यू 6 लाख करोड़ बनती है जी कई कहते हैं जी असीं तां सुनिया जी जीडीपी 7% 8% आ वो जीडीपी थोड़ा है दैट इज जीडीपी ग्रोथ कि किन्ने परसेंट जीडीपी वधी है जीडीपी तो हमेशा रुपइया डॉलरां च ही हो सकती है ना जीडीपी हुंदी की है वो समझ आ गई सो ग्रॉस वैल्यू एडिशन ठीक है हुण मैं एक डाउट आया कि जी प्रोडक्शन टैक्स की हुंदा ते प्रोडक्शन टैक्स मैं किवें समझावां दोबारा फिर आ जाओ हुण उहदी वजह है क्योंकि असल दे विच हजे भी एक गल क्लीयर करनी बहुत जरूरी है कहंदे जी एक पासे आ जी प्रोडक्शन टैक्स उत्पादन ते लगन वाला कर प्रोडक्शन टैक्स एक पासे हैगा जी प्रोडक्ट टैक्स प्रोडक्ट ते लगन वाला टैक्स जो डाउट आ वो मैं क्लीयर करदा प्रोडक्शन टैक्स नूं कदे भी तुसीं ये नहीं कहना जी ये उक्का फुक्का है प्रोडक्शन टैक्स की सही डेफिनेशन आ कि जदों तुहाडी असीं अज तक की सोचते सी अज तक असीं सोचते सी कि बई एक किसी भी चीज़ नूं बनाओ जीडीपी एट फैक्टर कॉस्ट करो एक चीज़ नूं फैक्ट्री च बनाओ उहदे ते एक टैक्स लग जाता इंडायरैक्ट टैक्स एक उहदे ते सबसिडी लग जाती है जीडीपी एट मार्केट प्राइस हो जाती है असीं भुल गए कि साडे ते टैक्स एक टैक्स तां फैक्ट्री दे अंदर ही लग जाता है जिहदा सानूं पता ही नहीं लगता एक टैक्स साडी फैक्ट्री दे बाहर लगदे आ जाके जीएसटी टाइप ਜਿਹੜੇ टैक्स साडी फैक्ट्री के अंदर ही लग जाते हैं ਜਿਹੜੇ ਇਹ नहीं देखते कि एक चीज़ ते लगना कि 10 ते लगना कि 100 ते उस टैक्स नूं कहांगे प्रोडक्शन टैक्स बिल्कुल कैलकुलेटेड हुंदा मैं उहदे वास्ते उक्का फुक्का शब्द नहीं आपां वरत सकदे पर प्रोडक्शन टैक्स इज टैक्स उत्पादन कर एक अजिहे प्रकार का टैक्स है जिहड़ा तुहाडी फैक्ट्री के अंदर पूरी दी पूरी फैक्ट्री ते लग जाता है जे तुसीं उत्थे 10
ਸਾਬਣ ਦੇ ਪੈਕਟ ਬਣਾਉਂਦੇ ਹੋ, ਚਾਹੇ 1000 ਸਾਬਣ ਦੇ ਪੈਕਟ ਬਣਾਉਂਦੇ ਹੋ, ਤੁਹਾਨੂੰ ਉਹ ਟੈਕਸ ਦੇਣਾ ਹੀ ਪੈਂਦਾ ਹੈ। ਚਾਹੇ ਵਾਟਰ ਸਪਲਾਈ ਦੇ ਟੈਕਸ ਦੇ ਰੂਪ ਚ, ਬਿਜਲੀ ਦੇ ਟੈਕਸ ਦੇ ਰੂਪ ਦੇ ਵਿੱਚ, ਕਿਸ ਕਾਉਸੈਸ ਦੇ ਰੂਪ ਚ, ਪਤਾ ਨਹੀਂ ਸਰਕਾਰ ਉਹ ਕਿਹੜੇ ਹਿਸਾਬ ਨਾਲ ਲੈ ਲੇ। ਫੈਕਟਰੀ ਦੇ ਅੰਦਰ ਲੱਗਣ ਵਾਲਾ ਟੈਕਸ ਪ੍ਰੋਡਕਸ਼ਨ ਟੈਕਸ, ਫੈਕਟਰੀ ਤੋਂ ਬਾਹਰ ਜਿਹੜਾ ਪ੍ਰੋਡਕਟ ਦੇ ਆਧਾਰ ਤੇ ਲੱਗਦਾ ਹੈ, ਪ੍ਰੋਡਕਟ ਦੇ ਬੇਸਿਸ ਤੇ, ਮਤਲਬ ਜੇ ਤੁਸੀਂ ਇੱਕ ਚੀਜ਼ ਵੇਚੋਗੇ ਤਾਂ ਉਨੇ ਰੁਪਏ ਦਾ, ਦੋ ਵੇਚੋਗੇ ਤਾਂ ਉਨੇ ਦਾ। ਜਿਵੇਂ ਸਪੋਜ਼ ਕਰੋ ਜਿਹੜਾ ਇਨਡਾਇਰੈਕਟ ਟੈਕਸ ਆ, ਜਿਹੜਾ ਤੁਹਾਡਾ GST ਆ, ਉਹ ਕਿਹਦੇ ਤੇ ਲੱਗਦਾ ਹੈ? ਪੈਕਟਾਂ ਤੇ। 10 ਪੈਕਟ ਵੇਚੋਗੇ ਤਾਂ 2500 ਲੱਗੂਗਾ, 20 ਵੇਚੋਗੇ ਤਾਂ 5000 ਲੱਗੂਗਾ, 30 ਵੇਚੋਗੇ ਤਾਂ ਉਸੇ ਹਿਸਾਬ ਨਾਲ 7500 ਲੱਗੂਗਾ। ਇਹ ਹੁੰਦਾ ਹੈ ਉਹ ਟੈਕਸ ਜਿਹੜਾ ਲਗਾਤਾਰ ਵਧ ਰਿਹਾ ਹੈ ਪੈਕਟਸ ਦੇ ਹਿਸਾਬ ਨਾਲ, ਉਹਨੂੰ ਕਹਿੰਦੇ ਪ੍ਰੋਡਕਟ ਤੇ ਲੱਗਦਾ ਹੈ ਟੈਕਸ, ਪ੍ਰੋਡਕਸ਼ਨ ਤੇ ਨਹੀਂ ਲੱਗਦਾ। ਪ੍ਰੋਡਕਸ਼ਨ ਦਾ ਮਤਲਬ ਕਿ ਪੂਰੀ ਪ੍ਰੋਡਕਸ਼ਨ ਤੇ ਟੈਕਸ ਇਕੱਠਾ ਲੱਗ ਗਿਆ ਤੁਹਾਡੇ ਤੇ। ਉਹਦੇ ਚ ਹੁਣ ਮੈਨੂੰ ਨਹੀਂ ਪਤਾ ਕਿ ਤੁਸੀਂ 100 ਯੂਨਿਟਸ ਪੈਦਾ ਕੀਤੇ ਆ ਕਿ 1000 ਪੈਦਾ ਕੀਤੇ ਆ। ਟੈਕਨੀਕਲੀ ਪ੍ਰੋਡਕਸ਼ਨ ਟੈਕਸ ਤੇ ਪ੍ਰੋਡਕਟ ਟੈਕਸ ਆਪਣੇ ਆਪ ਚ ਇਹ ਫਰਕ ਰੱਖਦੇ ਆ। ਸਿਮਿਲਰਲੀ ਫੈਕਟਰੀ ਦੇ ਅੰਦਰ ਮਿਲਣ ਵਾਲੀਆਂ ਸਹੂਲਤਾਂ ਪ੍ਰੋਡਕਸ਼ਨ ਸਬਸਿਡੀਜ਼, ਜਿਹੜੀਆਂ ਕਿ ਤੁਹਾਨੂੰ ਕਈ ਵਾਰੀ ਕੋਈ ਕਹਿ ਦੇ ਕਿ ਵਾਟਰ ਸਪਲਾਈ ਦਾ ਇਸ ਵਾਰ ਦੀ ਜਿਹੜੀ ਤੁਹਾਡਾ ਉਹ ਸੀਗਾ ਵਾਟਰ ਸਪਲਾਈ ਦਾ ਐਰਕੀ ਮਾਫ ਆ ਤੁਹਾਡੀ, ਉਹ ਪ੍ਰੋਡਕਸ਼ਨ ਤੇ ਮਿਲਣ ਵਾਲੀ ਪੂਰੀ ਸਬਸਿਡੀ ਹੈ। ਤੁਸੀਂ ਭਾਵੇਂ ਹੁਣ 20 ਪੈਕਟ ਬਣਾਓ, ਭਾਵੇਂ 50 ਬਣਾਓ, ਪਰ ਜੇ ਤੁਹਾਨੂੰ ਕੋਈ ਕਵੇ ਕਿ ਬਾਹਰ ਜਾ ਕੇ, ਫੈਕਟਰੀ ਤੋਂ ਬਾਹਰ ਜਾ ਕੇ ਕਿ ਸਬਸਿਡੀ ਆ, ਕਿੰਨੀ ਸਬਸਿਡੀ ਆ? ਪ੍ਰਤੀ ਗੱਟਾ, ਪ੍ਰਤੀ ਪੈਕੇਟ 30 ਰੁਪਏ ਸਬਸਿਡੀ ਆ, ਉਹ ਹੁੰਦੀ ਆ ਪ੍ਰੋਡਕਟ ਸਬਸਿਡੀ। ਅੱਜ ਤੱਕ ਕਿਹੜੀ ਸਬਸਿਡੀ ਤੇ ਟੈਕਸ ਅਸੀਂ ਗੋਲਦੇ ਸੀ? ਪ੍ਰੋਡਕਟ ਸਬਸਿਡੀ ਤੇ ਪ੍ਰੋਡਕਟ ਟੈਕਸ। ਇਸੇ ਕਰਕੇ ਸਾਡੇ ਦੇਸ਼ ਦੀ GDP ਦੀ ਟਰੂ ਵੈਲਿਊ ਨਹੀਂ ਸੀ ਪਤਾ ਲੱਗ ਪਾਉਂਦੀ, ਕਿਉਂਕਿ ਅਸੀਂ ਇੱਕ ਚੀਜ਼ ਅਣਗੌਲਿਆਂ ਕਰ ਦਿੰਦੇ ਸੀਗੇ, ਕਿਹੜੀ ਭਲਾ? ਪ੍ਰੋਡਕਸ਼ਨ ਟੈਕਸ ਤੇ ਪ੍ਰੋਡਕਸ਼ਨ ਸਬਸਿਡੀ। ਇਸੇ ਕਰਕੇ ਸਾਨੂੰ ਇੱਕ ਨਵੇਂ ਪ੍ਰਕਾਰ ਦੀ GVA ਕੈਲਕੂਲੇਟ ਕਰ ਲਿਆਉਣੀ ਪਈ। ਅੱਜ ਤੱਕ ਤੇ ਅਸੀਂ ਕਹਿੰਦੇ ਸੀ ਇੱਕ GVA ਹੁੰਦੀ ਆ ਫੈਕਟਰ ਕਾਸਟ ਤੇ, ਇੱਕ GVA ਕਹਿੰਦੇ ਤੇ ਹੁੰਦੀ ਆ ਮਾਰਕੀਟ ਪ੍ਰਾਈਸ ਤੇ। ਤੇ ਇੱਕ ਗੱਲ ਹੋਰ ਨਾ ਘਬਰਾ ਜਾਓ ਕਿ GVA ਕੀ ਆ ਗਈ, ਉਹ GDP ਦਾ ਛੋਟੇ ਪੱਧਰ ਤੇ ਨਾਮ GVA ਆ, ਬਸ ਸਿੰਪਲ ਜੀ ਗੱਲ ਆ ਨਾ। ਇੱਕ ਅਸੀਂ GVA ਦੇਖਦੇ ਆ ਫੈਕਟਰ ਕਾਸਟ, ਇੱਕ ਮਾਰਕੀਟ ਪ੍ਰਾਈਸ। ਹੁਣ ਇੱਕ ਨਵੇਂ ਪ੍ਰਕਾਰ ਦੀ GVA ਆ ਗਈ, ਕਿਹੜੀ ਭਲਾ? ਬੇਸ ਪ੍ਰਾਈਸ, ਬੇਸਿਕ ਪ੍ਰਾਈਸ, ਬੇਸ ਨਹੀਂ ਬੇਸਿਕ ਪ੍ਰਾਈਸ। ਆ ਜਾਓ ਹੁਣ ਦੁਬਾਰਾ ਕੈਲਕੂਲੇਟ ਕਰਦੇ ਆ। ਸੋ ਦੁਬਾਰਾ ਹੁਣ ਕੈਲਕੂਲੇਟ ਨਹੀਂ ਕਰਦੇ, ਹੁਣ ਆਪਾਂ ਆਪਣੇ ਉਹਦੇ ਚ ਆਪਣੀ PDF ਚ ਸਮਝਦੇ ਆ ਕਿ ਇਹ ਕਿੱਥੇ ਲਿਖਿਆ ਹੋਇਆ ਹੈ। ਆ ਜਾਓ, ਕਹਿੰਦੇ ਕਿ ਇੱਕ ਸਾਨੂੰ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਬੇਸਿਕ ਪ੍ਰਾਈਸ ਇੱਕ ਨਵਾਂ ਕੰਸੈਪਟ ਆ। ਇਹ ਉਦੋਂ ਜਨਮ ਹੋਂਦ ਚ ਆਇਆ ਜਦੋਂ ਅਸੀਂ ਉਤਪਾਦਨ ਕਰ ਤੇ ਉਤਪਾਦ ਤੇ ਲੱਗਣ ਵਾਲੇ ਕਰ ਦੇ ਵਿੱਚ ਫਰਕ ਸਮਝਿਆ। ਪ੍ਰੋਡਕਸ਼ਨ ਟੈਕਸ ਤੇ ਪ੍ਰੋਡਕਸ਼ਨ ਸਬਸਿਡੀ ਇਸ ਚੀਜ਼ ਤੋਂ ਬਿਲਕੁਲ ਆਜ਼ਾਦ ਹੁੰਦੀਆਂ ਕਿ ਤੁਸੀਂ ਕਿੰਨੀ ਕੁਆਂਟੀਟੀ ਪੈਦਾ ਕੀਤੀ ਹੈ। 2 ਚੀਜ਼ਾਂ ਬਣਾਓ ਤੇ ਭਾਵੇਂ 100 ਚੀਜ਼ਾਂ ਬਣਾਓ, ਪ੍ਰੋਡਕਸ਼ਨ ਟੈਕਸ ਤੇ ਪ੍ਰੋਡਕਸ਼ਨ ਸਬਸਿਡੀ ਤੁਹਾਨੂੰ ਫੈਕਟਰੀ ਦੇ ਅੰਦਰ ਹੀ ਲੱਗਦੀਆਂ ਨੇ। ਇਸ ਤੋਂ ਉਲਟ ਪ੍ਰੋਡਕਟ ਟੈਕਸ ਤੇ ਪ੍ਰੋਡਕਟ ਸਬਸਿਡੀ ਤੁਹਾਡੀ ਕੁਆਂਟੀਟੀ ਤੇ ਨਿਰਭਰ ਕਰਦੀਆਂ, ਜਿਵੇਂ ਤੁਹਾਡਾ ਐਕਸਾਈਜ਼ ਹੋ ਗਿਆ, GST ਹੋ ਗਿਆ, ਤੇ ਇਹੋ ਜਿਹੀਆਂ ਸਾਰੀਆਂ ਚੀਜ਼ਾਂ। ਇਸੇ ਕਰਕੇ ਸਾਨੂੰ ਇੱਕ ਨਵੀਂ ਚੀਜ਼ ਪਤਾ ਲੱਗੀ। ਵੈਸੇ ਇੱਥੇ GVA ਲਿਖੋ ਤਾਂ ਜ਼ਿਆਦਾ ਵਧੀਆ ਹੈ, GVA ਐਟ ਫੈਕਟਰ ਕਾਸਟ ਤੇ GVA ਐਟ ਬੇਸਿਕ ਪ੍ਰਾਈਸ। ਕਿਵੇਂ ਭਲਾ? ਆ ਜਾਓ, ਕਹਿੰਦੇ GVA ਐਟ ਫੈਕਟਰ ਕਾਸਟ ਚ ਪ੍ਰੋਡਕਸ਼ਨ ਟੈਕਸ ਜੁੜਿਆ ਤੇ ਪ੍ਰੋਡਕਸ਼ਨ ਸਬਸਿਡੀ ਘਟੀ, ਫੇਰ ਜਾ ਕੇ ਬਣਿਆ GVA ਐਟ ਬੇਸਿਕ ਪ੍ਰਾਈਸ। ਹਜੇ ਵੀ ਪੈਕੇਟ ਫੈਕਟਰੀ ਦੇ ਅੰਦਰ ਪਿਆ ਹੈ। GVA ਐਟ ਬੇਸਿਕ ਪ੍ਰਾਈਸ ਦੇ ਵਿੱਚ ਪ੍ਰੋਡਕਟ ਟੈਕਸ ਜੁੜਿਆ ਤੇ ਪ੍ਰੋਡਕਟ ਸਬਸਿਡੀ ਘਟੀ, ਤੇ ਫੇਰ ਜਾ ਕੇ ਬਣਿਆ GVA ਐਟ ਮਾਰਕੀਟ ਪ੍ਰਾਈਸ। ਇੱਥੇ ਵੀ ਲਿਖੋ GVA। ਤੇ ਸਾਰੀਆਂ ਫੈਕਟਰੀਆਂ, ਸਾਰੇ ਸੈਕਟਰਾਂ ਦੀ GVA ਐਟ ਮਾਰਕੀਟ ਪ੍ਰਾਈਸ ਨੂੰ ਫਿਰ ਜੋੜ ਲਿਆ ਗਿਆ। ਉਹ ਦੇਸ਼ ਦੀ ਕੀ ਬਣੀ? GDP। ਉੱਥੇ GVA ਨਾ ਕਹਿ ਦਿਓ, ਮਤਲਬ what is GDP of country? GVA of all the sectors ਦਾ ਜੋੜ। ਆਹ ਦੱਸੋ ਜੀ, ਗੱਲ ਸਮਝ ਆ ਗਈ ਨਾ? ਉਹ ਸਾਡੇ ਦੇਸ਼ ਦੀ ਸਕਲ ਘਰੇਲੂ ਉਤਪਾਦ ਆ, ਤੇ ਦੇਸ਼ ਦੀ ਸਕਲ ਘਰੇਲੂ ਉਤਪਾਦ ਹੁੰਦਾ ਕਿੰਨਾ ਕਾ? ਹੁਣ ਦੇਖੋ, ਪੰਜਾਬ ਦੀ GDP 60 ਲੱਖ ਕਰੋੜ ਆ, ਭਾਰਤ ਦੀ GDP ਜਿਹੜੀ ਆ ਤਕਰੀਬਨ 2.5 ਤੋਂ 3 ਟ੍ਰਿਲੀਅਨ ਦੇ ਅਰਾਊਂਡ ਆ। ਟ੍ਰਿਲੀਅਨ ਕਿ ਬਿਲੀਅਨ? 5 ਟ੍ਰਿਲੀਅਨ ਦੀ GDP ਅਸੀਂ 2024 ਤੱਕ ਬਣਾਉਣੀ ਸੀ। ਨਰਿੰਦਰ ਮੋਦੀ ਨੇ ਇਹ ਕਮਿਟਮੈਂਟ ਕੀਤੀ ਸੀ, ਅੱਧ ਤੱਕ ਵੀ ਨਹੀਂ ਪਹੁੰਚ ਸਕੇ ਜਾਂ ਅੱਧ ਦੇ ਨੇੜੇ ਤੇੜੀਆਂ। ਉਹਦੀ ਵਜ੍ਹਾ ਕੀ ਆ? ਇਹ ਨਹੀਂ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ, ਵਿੱਚ ਕਰੋਨਾ ਤੇ ਬਹੁਤ ਸਾਰੇ ਸੈਟਬੈਕ ਲੱਗੇ ਜਿਹਦੇ ਕਰਕੇ ਅਸੀਂ ਉਸ ਡ੍ਰੀਮ ਦੇ ਨੇੜੇ ਨਹੀਂ ਪਹੁੰਚ ਸਕੇ। ਠੀਕ ਹੈ, ਸੋ ਕਿਸੇ ਨੂੰ ਕੋਈ ਡਾਊਟ ਰਹਿਣਾ ਨਹੀਂ ਚਾਹੀਦਾ। ਸਭ ਤੋਂ ਪਹਿਲੀ ਗੱਲ GVA GDP ਕਲੀਅਰ ਆ, ਮਾਰਕੀਟ ਪ੍ਰਾਈਸ ਤੇ ਫੈਕਟਰ ਕਾਸਟ ਕਲੀਅਰ ਆ। ਪਰ ਹੁਣ ਮਾਰਕੀਟ ਪ੍ਰਾਈਸ ਤੇ ਫੈਕਟਰ ਕਾਸਟ ਦੇ ਵਿੱਚ ਇੱਕ ਬੇਸਿਕ ਪ੍ਰਾਈਸ ਨਾਮ ਦਾ ਕਨਸੈਪਟ ਆ ਗਿਆ, ਉਹ ਵੀ ਕਲੀਅਰ ਆ। ਹਰ ਇੱਕ ਚੀਜ਼ ਕਲੀਅਰ ਹੋਣੀ ਚਾਹੀਦੀ ਆ। ਹੁਣ ਅਗਲਾ ਕਨਸੈਪਟ ਆ ਗਿਆ, ਹਾਂਜੀ, ਮਿਕਸਡ ਇਨਕਮ ਕੀ ਹੁੰਦੀ ਆ? ਇਹ ਪਹਿਲੀ ਗੱਲ, ਇਹ ਸਵਾਲ ਕਿੱਥੋਂ ਆਇਆ? ਮਿਕਸਡ ਇਨਕਮ ਦਾ ਸਵਾਲ ਆਇਆ ਜੀ ਜਦੋਂ ਆਪਾਂ GDP ਕੈਲਕੂਲੇਟ ਕਰਨ ਦਾ ਇੱਕ ਮੈਥਡ ਦੇਖਦੇ ਹੁੰਦੇ ਸੀਗੇ, ਇਨਕਮ ਮੈਥਡ। ਇਹ ਬਹੁਤ ਪੁਰਾਣਾ ਡਾਊਟ ਆ, ਮੀਨਸ ਕਿ ਪੁਰਾਣੇ ਟੌਪਿਕ ਚੋਂ ਚੱਕਿਆ ਗਿਆ ਡਾਊਟ ਆ। ਉਹਦੇ ਚ ਮਿਕਸਡ ਇਨਕਮ ਕਿੱਥੋਂ ਆ ਗਈ? ਪਹਿਲਾਂ ਅਸੀਂ ਸੋਚਦੇ ਸੀ ਕਿ ਇੰਟਰਪ੍ਰੈਨਿਓਰ ਕੱਲਾ ਪ੍ਰੋਫਿਟ ਲਊਗਾ,
ਅੱਜ ਦੇ ਜ਼ਮਾਨੇ 'ਚ ਸਪੋਜ਼ ਕਰੋ ਮੈਂ ਇਸ ਇੰਸਟੀਟਿਊਟ ਦਾ ਮਾਲਕ ਵੀ ਹੋਵਾਂ ਤੇ ਮੈਂ ਇੱਥੇ ਖੁਦ ਇੰਟਰਪ੍ਰੈਨਿਓਰ ਵੀ ਹੋਵਾਂ, ਤਾਂ ਸਪੋਜ਼ ਕਰੋ ਜੇ ਮੇਰੇ ਕੋਲ 2 ਜਾਣੇ ਜਾਂ 3 ਮੁਲਾਜ਼ਮ ਕੰਮ ਕਰਦੇ ਹੋ ਸ਼ੇਅਰ ਬੇਸਿਸ ਤੇ, ਇੱਕ ਤਾਂ ਉਹਨਾਂ ਤੋਂ ਮੈਂ ਪ੍ਰੋਫਿਟ ਲਵਾਂਗਾ, ਪਲੱਸ ਜਦੋਂ ਇਸ ਇੰਸਟੀਟਿਊਟ ਦੇ ਸਾਰੇ ਖਰਚੇ ਪੂਰੇ ਹੋ ਗਏ ਉਸ ਤੋਂ ਬਾਅਦ ਮੈਂ ਉਹਦਾ ਮਾਰਜਨ ਵੀ ਰੱਖੂੰਗਾ, ਕਿਉਂਕਿ ਐਜ਼ ਅ ਮਾਲਕ, ਕਿਉਂਕਿ ਮੇਰਾ ਸਟਾਰਟਅਪ ਆ। ਸੋ ਇਹ ਮੇਰਾ ਕੱਲਾ ਪ੍ਰੋਫਿਟ ਨਹੀਂ ਨਾ ਹੋਇਆ, ਪ੍ਰੋਫਿਟ ਪਲੱਸ ਸ਼ੇਅਰ। ਸੋ ਮੈਂ ਅੱਜ ਦੇ ਜ਼ਮਾਨੇ 'ਚ ਕਿਸੇ ਇੰਟਰਪ੍ਰੈਨਿਓਰ ਦੇ ਕੇਸ 'ਚ ਮੈਂ ਪੀ ਸ਼ਬਦ ਨਹੀਂ ਵਰਤੂੰਗਾ, ਮੈਂ ਇੰਟਰਪ੍ਰੈਨਿਓਰ ਦੇ ਕੇਸ 'ਚ ਸ਼ਬਦ ਵਰਤੂੰਗਾ ਮਿਕਸਡ ਇਨਕਮ। ਵਟ ਇਜ਼ ਮਿਕਸਡ ਇਨਕਮ? ਪ੍ਰੋਫਿਟ ਪਲੱਸ ਸ਼ੇਅਰ। ਆ ਗੱਲ ਸਮਝੋਗੀ ਨਾ, ਫਿਰ ਉਹਦੇ ਵਾਸਤੇ ਕੱਲਾ ਮੈਂ ਪ੍ਰੋਫਿਟ ਸ਼ਬਦ ਥੋੜਾ ਵਰਤੂੰਗਾ। ਪ੍ਰੋਫਿਟ ਦਾ ਤਾਂ ਹੋਇਆ ਕਿ ਜਿਹੜਾ ਮਾਰਜਨ ਤੈਨੂੰ ਮਿਲਣਾ ਸੀਗਾ, ਤੇਰਾ ਗੇਨ ਜੋ ਤੂੰ ਕਮਾਇਆ ਉਹਦੇ ਰਿਸਪੈਕਟ ਦੇ ਵਿੱਚ ਪ੍ਰੋਫਿਟ ਨਹੀਂ। ਪ੍ਰੋਫਿਟ ਦਾ ਕਮਾਊਂਗਾ, ਉਸ ਪ੍ਰੋਫਿਟ ਤੋਂ ਬਾਅਦ ਜਦੋਂ ਸਾਰੇ ਦਾ ਹਿਸਾਬ ਹੋ ਗਿਆ ਤੇ ਫਿਰ ਵੀ 5000 ਰੁਪਇਆ ਮਹੀਨੇ ਦਾ ਬਚ ਗਿਆ, ਉਹ ਮੇਰਾ ਸ਼ੇਅਰ ਆ, ਕਿਉਂਕਿ ਮਾਲਕੀ ਮੇਰੀ ਆ, ਪੈਸਾ ਮੈਂ ਲਾਇਆ ਹੋਇਆ। ਸੋ ਮਿਕਸਡ ਇਨਕਮ ਤੋਂ ਪਹਿਲਾਂ ਕੰਸੈਪਟ ਹੁੰਦਾ ਸੀਗਾ ਪ੍ਰੋਫਿਟ ਦਾ, ਕਿ ਬਈ ਜਿਹੜਾ ਬੰਦਾ ਇੰਟਰਪ੍ਰੈਨਿਓਰ ਆ ਪ੍ਰੋਫਿਟ ਲੈ ਜੇ ਆਪਣਾ। ਹੁਣ ਕਹਿੰਦੇ ਜਿਹੜਾ ਇੰਟਰਪ੍ਰੈਨਿਓਰ ਆ ਉਹ ਸਟਾਰਟਅਪ ਵੀ ਆਪ ਹੀ ਕਰ ਰਿਹਾ, ਉਹਦੇ ਚ ਕੁਝ ਪੂੰਜੀ ਉਹਦੀ ਆਪਣੀ ਵੀ ਲੱਗੀ ਹੋਈ ਹੈ। ਇਸ ਕੇਸ ਚ ਉਹ ਕੱਲਾ ਇੰਟਰਪ੍ਰੈਨਿਓਰ ਪ੍ਰੋਫਿਟ ਦਾ ਹੱਕਦਾਰ ਨਹੀਂਗਾ, ਪ੍ਰੋਫਿਟ ਪਲੱਸ ਸ਼ੇਅਰ ਦਾ ਹੱਕਦਾਰ ਆ। ਜਿੰਨਾ ਵੀ ਉਹਦਾ ਬਣਦਾ, ਥੋੜਾ ਬਣਦਾ, 54 ਬਣਦੀ, 98 ਬਣਦੀ ਹੈ, 85 15 ਪੈਸੇ ਬਣਦੇ, ਜੋ ਵੀ ਬਣਦੇ ਆ, ਫਿਰ ਉਹਦੀ ਇਨਕਮ ਨੂੰ ਕੀ ਕਹੀਏ? ਪ੍ਰੋਫਿਟ ਕਹੀਏ? ਹੁਣ ਨਹੀਂ। ਸ਼ੇਅਰ ਕਹੀਏ? ਨਹੀਂ। ਦੋਵਾਂ ਚੀਜ਼ਾਂ ਦਾ ਮਿਸ਼ਰਣ ਆ। ਦੈਟਸ ਵਾਈ ਇਟ ਇਜ਼ ਕਾਲਡ ਮਿਸ਼ਰਤ ਆਮਦਨੀ। ਕਿਵੇਂ? ਆਪਰੇਟ ਇੱਕ ਸਵਾਲ ਹੋਰ ਆ ਕਿ ਆਪਰੇਟਿੰਗ ਸਰਪਲਸ ਦੇ ਵਿੱਚ ਵੀ ਇੱਕ ਪ੍ਰੋਫਿਟ ਐਡ ਹੋਇਆ ਹੈ। ਉਹਦੇ ਚ ਜਿਹੜੇ ਪ੍ਰੋਫਿਟ ਵਗੈਰਾ ਜੇ ਕੋਈ ਐਡ ਹੋਏ ਆ ਤੇ ਉਹ ਉਹਨਾਂ ਲੋਕਾਂ ਦੇ ਆ ਜਿਹੜੇ ਐਕਸਕਲੂਸਿਵਲੀ ਪ੍ਰੋਫਿਟ ਬੇਸਿਸ ਤੇ ਆ। ਸਮਝ ਗਏ ਨਾ? ਤੇ ਜਿਹੜਾ ਮਾਲਕ ਆ ਉਹਦੇ ਕੇਸ ਚ ਮਿਕਸਡ ਇਨਕਮ ਆ ਗਈ। ਸੋ ਇਹਨਾਂ ਨੇ ਕੀ ਕੀਤਾ, ਇਨਕਮ ਮੈਥਡ ਨੂੰ ਬੜਾ ਐਲੈਬੋਰੇਟ ਕਰਤਾ ਤਾਂ ਕਿ ਕੋਈ ਡਾਊਟ ਨਾ ਰਹਿ ਜੇ। ਇਹ ਨਾ ਹੋਵੇ ਕਿ ਸਾਰਿਆਂ ਦੀ ਹੀ ਇਕੱਲੀ ਪ੍ਰੋਫਿਟ ਆਊਟ ਐਡ ਹੋ ਜੇ, ਜਿਹੜਾ ਉਸ ਬੰਦੇ ਦਾ ਪ੍ਰੋਫਿਟ ਆ ਉਹ ਵਿੱਚੋਂ ਦੇਖੀ ਨਾ, ਫਿਰ ਇਹਦਾ ਮਤਲਬ ਕੀ ਆ, ਤੁਹਾਨੂੰ ਆਪਣੇ ਹੀ ਦੇਸ਼ ਦੀ GDP ਘੱਟ ਲੱਗੂਗੀ। ਤਾਂ ਕਿ ਟਰੂ GDP ਦੇਸ਼ ਦੀ ਕੈਲਕੂਲੇਟ ਹੋਵੇ ਤਾਂ ਉਹਦਾ ਸਹੀ ਤਰੀਕਾ ਕੀ ਆ ਕਿ ਜਿਹੜੇ ਬੰਦੇ ਦਾ ਪ੍ਰੋਫਿਟ ਆ ਉਹਦਾ ਪ੍ਰੋਫਿਟ ਕਾਊਂਟ ਹੋਵੇ, ਜਿਹਦਾ ਸ਼ੇਅਰ ਉਹਦਾ ਸ਼ੇਅਰ ਕਾਊਂਟ ਹੋਵੇ, ਜਿਹਦਾ ਪ੍ਰੋਫਿਟ ਵੀ ਆ ਤੇ ਸ਼ੇਅਰ ਵੀ ਆ ਉਹਦੀਆਂ ਦੋਵੇਂ ਚੀਜ਼ਾਂ ਕਾਊਂਟ ਹੋਣ, ਪ੍ਰੋਫਿਟ ਵੀ ਤੇ ਇੰਟਰਸਟ ਵੀ, ਜਿਹਨੂੰ ਮੈਂ ਸ਼ੇਅਰ ਵੀ ਕਹਿ ਸਕਦਾ, ਇੰਟਰਸਟ ਵੀ ਕਹਿ ਸਕਦਾ, ਕਿਉਂਕਿ ਉਸ ਬੰਦੇ ਦਾ ਕੁਝ ਹਿੱਸਾ ਪੂੰਜੀ 'ਚ ਵੀ ਲੱਗਿਆ ਹੋਇਆ ਹੈ ਨਾ। ਸੋ ਟੈਕਨੀਕਲੀ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਤੁਹਾਨੂੰ ਆਹ ਸ਼ਬਦ ਸਮਝ ਆ ਗਏ ਸਾਰੇ। ਸੋ ਨੈਕਸਟ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਅੱਗੇ। ਖੈਰ ਹੁਣ ਦੇਖੋ, ਇਹ ਤਾਂ ਸਾਨੂੰ ਨਾ ਇੱਕ ਬੜੀ ਵਧੀਆ ਕਲੀਅਰ ਹੋ ਗਈ, ਕੰਸੈਪਟ ਕਲੈਰਿਟੀ ਹੋ ਗਈ ਕਿ ਸਾਡੀ GDP ਕਿਸ ਤਰੀਕੇ ਨਾਲ ਕੈਲਕੂਲੇਟ ਹੁੰਦੀ ਆ। ਹੁਣ ਆ ਜਾਓ ਇੱਕ ਹੋਰ ਟਾਈਪ ਤੇ। ਖੈਰ ਹੁਣ ਮੈਨੂੰ ਉਮੀਦ ਆ ਕਿ ਆਪਾਂ ਕਾਫੀ ਹੱਦ ਤੱਕ ਇਸ ਕੰਸੈਪਟ ਨੂੰ ਕਲੀਅਰ ਕਰਕੇ ਲੈ ਗਏ ਅੱਗੇ ਕਿ ਯਾਰ GDP ਵਰਸਿਸ GDP ਵਰਸਿਸ GVA ਦਾ ਰੌਲਾ ਕੀ ਆ, ਤੇ ਇੱਕ ਆਪਾਂ ਇਹ ਪਤਾ ਲੱਗ ਗਿਆ ਕਿ GVA ਐਟ ਫੈਕਟਰ ਕਾਸਟ ਕੀ ਆ, ਬੇਸਿਕ ਪ੍ਰਾਈਸ ਕੀ ਆ, ਤੇ ਮਾਰਕੀਟ ਪ੍ਰਾਈਸ ਕੀ ਆ। ਤਿੰਨ ਚੀਜ਼ਾਂ ਪਤਾ ਲੱਗ ਗਈਆਂ। ਇੱਕ ਚੀਜ਼ ਸਾਨੂੰ ਪਤਾ ਲੱਗ ਗਈ ਹੋਰ ਇਸ ਤੋਂ ਬਿਨਾ, ਇਹ ਵੀ ਕਲੀਅਰ ਆ, GDP ਕੈਲਕੂਲੇਟ ਕਰਨ ਦੇ ਤਿੰਨ ਤਰੀਕੇ ਕਿਹੜੇ ਆ। ਇੱਕ GDP ਕੈਲਕੂਲੇਟ ਕਰਨ ਦਾ ਇਨਕਮ ਮੈਥਡ ਆ, ਇੱਕ ਐਕਸਪੈਂਡੀਚਰ ਮੈਥਡ ਆ, ਇੱਕ ਮੈਥਡ ਆ ਵੈਲਿਊ ਐਡੀਸ਼ਨ ਮੈਥਡ। ਠੀਕ ਆ। ਉਸ ਤੋਂ ਬਾਅਦ ਸਾਨੂੰ ਇੱਕ ਹੋਰ ਚੀਜ਼ ਪਤਾ ਲੱਗ ਗਈ ਕਿ GDP ਦੇ ਨਾਲ ਹੋਰ ਵੀ ਕੁਛ ਇਹਦੀਆਂ 3-4 ਭੈਣਾਂ ਹੁੰਦੀਆਂ, GDP, NDP, GNP ਤੇ NNP। ਫਿਰ ਆਹ ਚੀਜ਼ ਸਾਨੂੰ ਪਤਾ ਲੱਗ ਗਈ। ਕਲੀਅਰ ਆ ਕੰਸੈਪਟ? ਉਸ ਤੋਂ ਬਾਅਦ ਅਸੀਂ ਅਗਲੀ ਚੀਜ਼ ਤੇ ਆ ਗਏ ਕਿ ਇਹ ਦੱਸੋ ਵਟ ਇਜ਼ GDP ਐਟ ਕਰੰਟ ਪ੍ਰਾਈਸ। ਠੀਕ ਆ। ਚਲੰਤ ਮਾਮਲੇ ਉੱਤੇ ਤੇ GDP ਐਟ ਕਾਂਸਟੈਂਟ ਪ੍ਰਾਈਸ। ਠੀਕ ਆ, ਕਿ ਚਲੰਤ ਖਰਚੇ ਤੇ ਸਥਿਰ ਖਰਚਿਆਂ ਤੇ GDP ਕੀ ਹੁੰਦੀ ਆ। ਹੁਣ GDP ਦੇ ਦੋ ਤਰੀਕੇ ਨੇ, ਇੱਕ GDP ਐਟ ਕਾਂਸਟੈਂਟ ਪ੍ਰਾਈਸ ਤੇ ਇੱਕ GDP ਐਟ ਕਰੰਟ ਪ੍ਰਾਈਸ। ਟੈਕਨੀਕਲੀ ਮੈਂ ਦੋਵਾਂ ਦੇ ਵਿੱਚ ਹੀ ਫਰਕ ਦੱਸਣਾ ਹੈ ਕਿ ਵਟ ਇਜ਼ ਡਿਫਰੈਂਸ ਬਿਟਵੀਨ GDP ਐਟ ਕਾਂਸਟੈਂਟ ਪ੍ਰਾਈਸ ਤੇ GDP ਐਟ ਕਰੰਟ ਪ੍ਰਾਈਸ। ਹੁਣ ਦੇਖੋ ਬੜੀ ਇੰਪੋਰਟੈਂਟ ਗੱਲ ਆ, GDP ਨੂੰ ਮੈਥਡ ਮਾਪਣ ਦਾ ਇਹ ਦੋ ਮੈਥਡ ਕਿਉਂ ਨੇ, ਜਾਂ ਇਹ ਮੈਥਡ ਕੀ ਨੇ। ਬਸ ਪਹਿਲਾਂ ਤਾਂ ਆਪਾਂ ਇਹ ਸਵਾਲ ਸਮਝੀਏ ਕਿ ਇਹ ਮੈਥਡ ਹੁੰਦੇ ਕੀ ਆ, GDP ਨੂੰ ਮਾਪਣ ਦਾ ਕਰੰਟ ਪ੍ਰਾਈਸ ਤੇ GDP ਨੂੰ ਮੇਜਰ ਕਰਨ ਦਾ ਕਾਂਸਟੈਂਟ ਪ੍ਰਾਈਸ। ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਪੋਜ਼ ਕਰੋ ਅਸੀਂ ਮੰਨ ਕੇ ਚੱਲੇ ਆ ਕਿ ਜਿਹੜੇ ਸਾਲ 'ਚ ਅਸੀਂ ਅੱਜ ਹੈਗੇ ਆ 23-24 ਵਾਲਾ ਸਾਲ ਆ, ਸਾਡੇ ਦੇਸ਼ 'ਚ ਸਿਰਫ ਜਾਂ ਤਾਂ ਬਣਦੇ ਆ ਜੀ ਸਾਈਕਲ,
ਜਾਂ ਸਾਡੇ ਦੇਸ਼ 'ਚ ਬਣਦੀ ਹੈ ਕਾਰ। ਸਾਈਕਲ ਦਾ ਰੇਟ ਹੈ ਜੀ 1000 ਰੁਪਏ, ਠੀਕ ਹੈ ਜੀ, ਤੇ ਕਾਰ ਦਾ ਰੇਟ ਹੈਗਾ ਜੀ 20,000 ਰੁਪਏ। ਸਾਡੇ ਦੇਸ਼ ਦੇ ਵਿੱਚ ਆਹ ਕਾਰ ਦਾ ਰੇਟ ਆ 2000 ਕਦੋਂ 23-24 ਵਾਲੇ ਸਾਲ 'ਚ। ਤੇ ਪ੍ਰੋਡਕਸ਼ਨ ਕਿੰਨੀ ਹੋਈ ਹੈ ਕਾਰਾਂ ਦੀ? ਸਾਈਕਲ ਬਣੇ ਆ ਜੀ 50 ਤੇ ਕਾਰਾਂ ਬਣੀਆਂ ਹੈ 10। ਠੀਕ ਆ ਜੀ, ਕਾਰਾਂ 10। ਤਾਂ ਕੋਈ ਮੈਨੂੰ ਦੱਸ ਸਕਦਾ ਦੇਸ਼ ਦੀ GDP ਕਿੰਨੀ ਹੋਊਗੀ? ਕਿਉਂਕਿ ਦੋ ਹੀ ਚੀਜ਼ਾਂ ਬਣੀਆਂ ਨੇ, ਤੋਂ ਵੀ 10-10 20-20 ਬਣੀਆਂ, ਤਾਂ ਇਹਨਾਂ ਦੀ ਸਾਰਿਆਂ ਦੀ ਕੁੱਲ ਵੈਲਿਊ ਹੀ ਦੇਸ਼ ਦੀ GDP ਹੋਊਗੀ। ਪਰ ਸਾਡੇ ਦੇਸ਼ ਦੀ GDP ਇੰਨੀ ਵੱਧ ਕਿਉਂ ਦਿਸਦੀ ਹੈ ਫਿਰ? 2.5-3 ਟ੍ਰਿਲੀਅਨ GDP 'ਚ ਸਭ ਕਾਊਂਟ ਹੁੰਦਾ ਹੈ। ਤੇ ਕੀ ਭਲਾ ਕਾਰਾਂ, ਬੱਸਾਂ, ਪੱਖੇ, ਕੱਲੇ ਗੁਡਸ ਨਹੀਂ, ਸਰਵਿਸਿਜ਼ ਵੀ। ਤੁਸੀਂ ਕਿੰਨਾ ਕਮਾਇਆ ਤੁਹਾਡੇ ਬੈਂਕ ਨੇ, ਉਹ ਵੀ GDP ਬਣਦੀ ਹੈ। ਤੁਹਾਡੇ ਕੋਲ ਕੈਸ਼ ਕਿੰਨਾ ਹੈ, ਕੀ ਹੈ, ਸਭ GDP ਕੈਲਕੂਲੇਟ ਹੋ ਜਾਂਦਾ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ 50,000 ਦੀ GDP ਇੱਥੋਂ, ਹਨਾ, ਤੇ 2.5-2 ਲੱਖ ਦੀ ਇੱਥੋਂ, ਤਾਂ ਸਾਡੇ ਦੇਸ਼ ਦੀ GDP ਕਿੰਨੀ ਆ? 2.5 ਲੱਖ ਆ। ਗੱਲ ਕਲੀਅਰ ਹੋ ਗਈ? ਮੰਨ ਲਓ ਇਹ ਸਾਲ ਤਾਂ 2000, ਮੈਂ ਕਹਾਂ ਕਿ ਇੱਕ ਸਾਲ ਸੀਗਾ 2011-12, ਉਸ ਸਾਲ ਤੁਹਾਡੇ ਦੇਸ਼ ਦੇ ਵਿੱਚ 20 ਸਾਈਕਲ ਤੇ 5 ਕਾਰਾਂ ਬਣੀਆਂ ਸੀ। 20 ਸਾਈਕਲ ਤੇ 5 ਕਾਰਾਂ। ਪਰ ਉਸ ਟਾਈਮ ਤੁਹਾਡੇ ਸਾਈਕਲ ਦਾ ਰੇਟ ਹੁੰਦਾ ਸੀਗਾ 300 ਰੁਪਏ ਤੇ ਉਸ ਟਾਈਮ ਕਾਰ ਦਾ ਰੇਟ ਹੁੰਦਾ ਸੀਗਾ 8000 ਰੁਪਏ। ਠੀਕ ਹੈ, 8000 ਉਸ ਟਾਈਮ ਕਾਰ ਦਾ ਰੇਟ ਹੁੰਦਾ ਸੀ। ਤਾਂ ਤੁਸੀਂ ਇੱਕ ਗੱਲ ਦੱਸੋਗੇ, ਜੇ ਮੈਂ ਕਹਾਂ 2011-12 ਦੀ GDP ਕੱਢ ਕੇ ਦਿਓ, ਦੱਸੋ ਕਿੰਨੀ ਆਊਗੀ? ਕਿੰਨੀ 46,000। 46,000 GDP ਆਈ 2011-12 ਵਾਲੇ ਸਾਲ ਦੀ। ਇਹ ਉਸ ਸਾਲ ਦੀ ਕਰੰਟ GDP ਆ। ਇਹ ਇਸ ਸਾਲ ਦੀ ਕਿਹੜੀ GDP ਆ? ਕਰੰਟ ਵਾਲੀ GDP, ਕਰੰਟ ਪ੍ਰਾਈਸ ਤੇ ਆ GDP। ਤੁਸੀਂ ਕਹੋਗੇ ਸਰ ਮੈਂ ਤਾਂ ਇਹ ਪੁੱਛਿਆ ਸੀਗਾ ਕਿ ਇੱਕ GDP ਐਟ ਕਰੰਟ ਪ੍ਰਾਈਸ ਦੱਸੋ 2023-24 ਦੀ, ਤੇ 23-24 ਦੀ ਹੀ GDP ਮੈਨੂੰ ਚਾਹੀਦੀ ਹੈ। GDP ਐਟ ਕਿਹੜਾ ਪ੍ਰਾਈਸ? ਕੌਨਸਟੈਂਟ ਪ੍ਰਾਈਸ ਤੇ। ਮੈਨੂੰ ਕੌਨਸਟੈਂਟ ਪ੍ਰਾਈਸ ਤੇ ਵੀ GDP ਚਾਹੀਦੀ ਹੈ 2023-24 ਦੀ। ਤਾਂ ਜੇ ਤੁਹਾਨੂੰ 2023-24 ਦੀ GDP ਕੌਨਸਟੈਂਟ ਪ੍ਰਾਈਸ ਤੇ ਵੀ ਚਾਹੀਦੀ ਹੈ ਤਾਂ ਫਿਰ ਉਹ ਕਿੰਨੀ ਹੋਊਗੀ? ਤੁਸੀਂ ਇਹ ਦੱਸੋ ਕਿ 2023-24 ਦੇ ਵਿੱਚ ਸਾਈਕਲ ਕਿੰਨੇ ਬਣੇ ਆ? 1000 ਤੇ ਪ੍ਰਾਈਸ ਕਿੰਨਾ ਹੈ? 50। ਜਦੋਂ ਕੌਨਸਟੈਂਟ ਪ੍ਰਾਈਸ ਦੀ GDP ਕੱਢਣੀ ਹੋਵੇ ਨਾ, ਤਾਂ ਰੇਟ ਉਹ ਨਹੀਂ ਲਾਈਦਾ ਜਿਹੜਾ 2021-23-24 ਚ ਆ। ਕੁਆਂਟਿਟੀ ਉਨੀ ਜ਼ਰੂਰ ਲਾਈਦੀ ਆ। ਕੁਆਂਟਿਟੀ ਕਿੰਨੀ ਰਹੂਗੀ? 50। ਪਰ ਰੇਟ ਨਹੀਂ ਉਹ ਲੱਗੂਗਾ। ਰੇਟ ਲੱਗੂਗਾ ਉਸ ਸਾਲ ਦਾ ਜਿਹੜੇ ਸਾਲ ਨੂੰ ਤੁਸੀਂ ਕੀ ਮੰਨ ਕੇ ਚੱਲੇ ਹੋਏ ਹੋ, ਜਿਹੜੇ ਸਾਲ ਨੂੰ ਤੁਸੀਂ ਬੇਸ ਈਅਰ ਕਹਿ ਕੇ ਚੱਲੇ ਹੋ। ਕੀ ਕਹਿ ਕੇ ਚੱਲੇ ਹੋ? ਆਧਾਰ ਸਾਲ। ਵਟ ਇਜ਼ ਬੇਸ ਈਅਰ? ਹੁਣ ਤੁਸੀਂ ਕਹੋਗੇ ਸਰ 23-24 ਦੀ ਇਕਨੋਮੀ ਮੇਜਰ ਕਰਨੀ ਆ ਤਾਂ ਬੇਸ ਈਅਰ ਕੀ ਹੁੰਦਾ? ਭਾਰਤ ਸਰਕਾਰ ਨੇ ਕੀ ਕੀਤਾ ਹੁੰਦਾ, ਥੋੜੀ ਜਿਹੀ ਪਿੱਛੇ ਜਾ ਕੇ 4-5-7 ਸਾਲ ਪਿੱਛੇ ਜਾ ਕੇ ਇੱਕ ਅਜਿਹਾ ਸਾਲ ਚੁਣਿਆ ਹੁੰਦਾ ਹੈ ਜਿਸ ਸਾਲ ਦੇ ਵਿੱਚ ਉਹਨੂੰ ਲੱਗਦਾ ਹੁੰਦਾ ਕਿ ਇਸ ਸਾਲ ਕੋਈ ਬਹੁਤੀ ਪ੍ਰੋਡਕਟਸ ਦੇ ਨਾਲ ਹਿਲਜੁਲ ਨਹੀਂ ਹੋਈ, ਇਨਫਲੇਸ਼ਨ ਨੇ ਬਹੁਤ ਜ਼ਿਆਦਾ, ਮਹਿੰਗਾਈ ਨੇ ਬਹੁਤ ਜ਼ਿਆਦਾ ਆਤੰਕ ਨਹੀਂ ਸੀ ਮਚਾਇਆ। ਉਸ ਸਾਲ ਨੂੰ ਭਾਰਤ ਸਰਕਾਰ ਆਪ ਦਾ ਬੇਸ ਈਅਰ ਡਿਕਲੇਅਰ ਕਰ ਦਿੰਦੀ ਹੈ। ਸਰਕਾਰ ਤੈਅ ਕਰਦੀ ਹੈ। ਤੇ ਸਰਕਾਰ ਦੀ ਮੌਸਪੀ, ਹੁਣ ਤੁਸੀਂ ਕਹੋਗੇ ਸਰ ਵਟ ਇਜ਼ ਮੌਸਪੀ? ਪੜਾਉਂਗਾ ਅੱਗੇ ਜਾ ਕੇ। ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮਿੰਗ ਇੰਪਲੀਮੈਂਟੇਸ਼ਨ, ਇਹ ਮੰਤਰਾਲਾ ਹੈ, ਅੰਕ ਗਣਿਤ ਮੰਤਰਾਲਾ ਹੈ ਸਾਡਾ। ਠੀਕ ਆ, ਤੇ ਯੋਜਨਾ ਲਾਗੂ ਕਰਾਉਣ ਵਾਲਾ, ਠੀਕ ਆ, ਮਹਿਕਮਾ ਹੈ ਸਾਡਾ। ਉਹ ਤੈਅ ਕਰਦੇ ਆ ਕਿਹੜੇ ਸਾਲ ਨੂੰ ਬੇਸ ਈਅਰ ਤੈਅ ਕਰਨਾ ਹੈ। ਠੀਕ ਆ, ਭਾਰਤ ਦੇ ਵਿੱਚ GDP ਕੈਲਕੂਲੇਟ ਕਰਨ ਵਾਸਤੇ ਜਿਹੜੇ ਸਾਲ ਨੂੰ ਬੇਸ ਈਅਰ ਡਿਕਲੇਅਰ ਕੀਤਾ ਗਿਆ ਹੈ ਉਹ ਸਾਲ ਆ ਜੀ 2011-12। 2011-12 ਨੂੰ ਬੇਸ ਈਅਰ ਡਿਕਲੇਅਰ ਕਰਨ ਨਾਲ ਕੀ ਹੋ ਗਿਆ, ਅਸੀਂ ਕਰੰਟ ਪ੍ਰਾਈਸ ਨਹੀਂ ਲਵਾਂਗੇ, ਪ੍ਰਾਈਸ ਲਵਾਂਗੇ ਜਿਹੜੇ 2011-12 ਚ ਸੀ। ਦੱਸੋ ਪ੍ਰਾਈਸ 2011-12 ਚ ਕਿੰਨਾ ਸੀਗਾ ਸਾਈਕਲ ਦਾ? 300। ਤੇ ਚੀਜ਼ਾਂ ਕਿੰਨੀਆਂ ਬਣੀਆਂ? ਚੀਜ਼ਾਂ ਕਿੰਨੀਆਂ ਬਣੀਆਂ? 50। ਕਿਉਂਕਿ GDP ਆਪਾਂ 23-24 ਦੀ ਕੱਢ ਰਹੇ ਹਾਂ, ਚੀਜ਼ਾਂ ਇਸੇ ਸਾਲ ਦੀਆਂ ਚੱਕਾਂਗੇ। ਤਾਂ ਵਟ ਇਜ਼ 5 ਤੀਏ 15, 15,000 ਪਲੱਸ 8 into 10 80,000। 15,000 ਤੇ 80,000 ਕਿੰਨਾ ਹੋ ਗਿਆ? 95,000। ਇਹਦਾ ਮਤਲਬ ਸਾਡੇ ਦੇਸ਼ ਦੀ 2023-24 ਦੀ GDP 95,000 ਆਈ ਹੈ। 23-24 ਦੀ GDP ਦੇਖ ਰਹੇ ਆ ਪਰ ਰੇਟ ਲਿਖ ਰਹੇ ਆ ਕਿਸੇ ਪੁਰਾਣੇ ਸਾਲ ਦੇ। ਮੈਨੂੰ ਇੱਕ ਗੱਲ ਦੱਸੋ ਕਿ ਸਾਡੇ ਦੇਸ਼ ਦੀ ਟਰੂ GDP ਕਿਹੜੀ ਆ? 2,50,000 ਕਿ 95,000? ਸਰਕਾਰਾਂ ਕੌਨਸਟੈਂਟ GDP ਨੂੰ ਸਹੀ GDP ਮੰਨਦੀਆਂ। ਉਹਦੀ ਵਜ੍ਹਾ ਕੀ ਹੈ? ਤੁਸੀਂ ਇੱਕ ਗੱਲ ਦੱਸੋ, ਮੈਂ ਤੁਹਾਨੂੰ ਭੇਜਦਾ ਇਸ ਸਾਲ GDP ਕੈਲਕੂਲੇਟ ਕਰਨ। ਤੁਸੀਂ ਸਭ ਤੋਂ ਪਹਿਲਾਂ ਮੰਡੀ ਜਾਓ,
ਤੇ ਹੁਣ ਤਾਂ ਚਲੋ ਹਾਲਾਤ ਠੀਕ ਹੋ ਗਏ ਆ। 2 ਮਹੀਨਾ ਪਹਿਲਾਂ ਤੁਸੀਂ ਮੰਡੀ ਜਾਂਦੇ, 2 ਮਹੀਨੇ 1.5 ਮਹੀਨਾ ਪਹਿਲਾਂ, ਮੈਂ ਕਹਿੰਦਾ ਇਦਾਂ ਕਰੋ, ਬਾਕੀ ਤਾਂ ਗੱਲ ਛੱਡੋ, ਇਸ ਨਾ ਮੰਡੀ ਦੀ GDP ਕੈਲਕੂਲੇਟ ਕਰਕੇ ਆਓ। ਤੁਸੀਂ ਉੱਥੇ ਪੁੱਛਣਾ ਸੀ ਟਮਾਟਰ ਕਿੰਨੇ ਪਏ ਆ, ਉਹਨਾਂ ਨੇ ਕਹਿਣਾ ਸੀਗਾ 100 ਕਿਲੋ ਆ ਸਾਰੀ ਟਮਾਟਰ ਮੰਡੀ 'ਚ, ਤੇ ਤੁਸੀਂ ਕਹਿਣਾ ਸੀ ਰੇਟ ਕਿੰਨਾ ਹੈ, ਉਹਨਾਂ ਨੇ ਕਹਿਣਾ ਸੀ 200 ਰੁਪਏ ਕਿਲੋ। ਤਾਂ 200 ਨੂੰ 100 ਨਾਲ ਕੀਤਾ ਕਿੰਨਾ ਬਣ ਗਿਆ? 20,000। ਕੀ ਟਮਾਟਰ ਇੰਨੇ ਕਾਬਲ ਹੈਗੇ ਆ ਕਿ ਮੇਰੇ ਦੇਸ਼ ਦੀ GDP ਚੋਂ 20,000 ਦੀ ਕੰਟਰੀਬਿਊਸ਼ਨ ਕਰ ਸਕਣ ਇੱਕ ਮੰਡੀ ਦੇ ਟਮਾਟਰ ਜਿਹੜੇ ਕਿ 100 ਕਿਲੋ ਆ? ਤੁਹਾਨੂੰ ਇਸ 20,000 ਚ ਕੀ ਵੱਧ ਲੱਗਿਆ? ਟਮਾਟਰ ਦੀ ਅਸਲੀ ਵੈਲਿਊ ਕਿ ਇਨਫਲੇਸ਼ਨ? ਇਨਫਲੇਸ਼ਨ। ਜਿਹੜੀ ਤੁਸੀਂ ਕਰੰਟ GDP ਕੈਲਕੂਲੇਟ ਕਰਦੇ ਹੋ ਨਾ, ਉਸੇ ਸਾਲ ਦੇ ਪ੍ਰਾਈਸ ਨਾਲ ਗੁਣਾ ਕਰਕੇ, ਉਹਦੇ ਚ ਜ਼ਿਆਦਾ ਕੁਝ ਅਸਲੀਅਤ ਨਹੀਂ ਹੁੰਦੀ। ਕੀ ਹੁੰਦੀ ਉਹਦੇ ਚ? ਮਹਿੰਗਾਈ ਦਾ ਤੋੜ ਬਹੁਤ ਹੁੰਦਾ ਹੈ। ਇਸ ਕਰਕੇ ਪਿੱਛੇ ਜਾ ਕੇ, ਪਿੱਛੇ ਜੇ ਕਿਸੇ ਸਾਲ ਦੀ ਵੈਲਿਊ ਕੈਲਕੂਲੇਟ ਚੱਕੋ, ਉਹਨੂੰ ਮਲਟੀਪਲਾਈ ਕਰੋ। ਹਾਂ, ਤੁਸੀਂ ਕਹੋਗੇ ਸਰ ਦੇਖੋ, ਜੇ ਆਪਾਂ ਪਿਛਲੇ ਸਾਲ ਤੋਂ ਹੀ GDP ਦਾ ਆਈਡੀਆ ਲਾਉਣਾ ਸੀਗਾ, ਇਸ ਸਾਲ ਤੇ ਆਪਣੇ ਸਾਲ ਪ੍ਰੋਡਕਸ਼ਨ ਹੀ ਬਹੁਤ ਹੋਣ ਲੱਗ ਪਈ ਆ। ਇਹ ਕਾਕਾ ਜੀ, ਜੇ ਇਸ ਸਾਲ ਪ੍ਰੋਡਕਸ਼ਨ ਬਹੁਤ ਹੋਣ ਲੱਗ ਪਈ ਆ, ਫਿਰ ਆਪਾਂ ਚੀਜ਼ਾਂ ਵੀ ਤਾਂ ਇਸੇ ਸਾਲ ਵਾਲੀਆਂ ਹੀ ਕਾਊਂਟ ਕਰੀਆਂ 50। ਚੀਜ਼ਾਂ ਤਾਂ ਨਹੀਂ ਪਿਛਲੇ ਸਾਲ ਵਾਲੀਆਂ ਕਾਊਂਟ ਕਰੀਆਂ, ਰੇਟ ਹੀ ਪੁਰਾਣੇ ਸਾਲ ਵਾਲਾ ਕਰਿਆ। ਹੁਣ ਮੇਰੇ ਵਰਗਾ ਜਦੋਂ ਘਰੇ ਬੈਠਾ ਹੁੰਦਾ ਹੈ ਤੇ ਬਜ਼ੁਰਗ ਕਹਿ ਦਿੰਦੇ ਆ ਤੁਹਾਡੇ ਵੇਲੇ ਕੀ ਸੀਗਾ, ਠੀਕ ਆ, ਅਸੀਂ ਮਤਲਬ ਕਿ ਰੁਪਈਆ ਲੈ ਕੇ ਜਾਂਦੇ ਸੀ, ਝੋਲਾ ਭਰ ਕੇ ਸਮਾਨ ਦਾ ਲਿਆਉਂਦੇ ਸੀ। ਉਹ ਆਧਾਰਹੀਨ ਗੱਲਾਂ ਏ। ਉਹ ਗੱਲਾਂ ਸਿਰਫ ਉਹਨਾਂ ਦੀਆਂ, ਕੁਛ ਨਹੀਂ, ਮੈਂ ਉਹਨਾਂ ਨੂੰ ਕੂਪੜ ਨਹੀਂ ਕਹੂੰਗਾ, ਅਨਪੜ੍ਹ ਕਹੂੰਗਾ। ਅਨਪੜ੍ਹ ਹੋਣਾ ਕੋਈ ਗਾਲ ਨਹੀਂ ਹੁੰਦੀ, ਇਹ ਗੱਲ ਪੱਲੇ ਬੰਨ ਲਿਓ। ਕਿਸੇ ਨੂੰ ਜੇ ਆਪਾਂ ਅਨਪੜ੍ਹ ਕਹਿ ਦਿੰਦੇ ਆ ਨਾ, ਤੇ ਉਹ ਗਾਲ ਨਹੀਂ। ਅਨਪੜ੍ਹ ਦਾ ਮਤਲਬ ਕਿ ਤੁਸੀਂ ਇਸ ਪੜ੍ਹਾਈ ਲਿਖਾਈ ਦਾ ਜਿਹੜਾ ਤੰਤਰ ਆ, ਅਨਪੜ੍ਹ ਵੀ ਕਿਸੇ ਕੰਟੈਕਸਟ 'ਚ ਕਿਹਾ ਜਾਂਦਾ ਹੈ ਕਿ ਇਸ ਪੜ੍ਹਾਈ ਦੇ ਮਾਮਲੇ 'ਚ ਤੁਸੀਂ ਨਹੀਂ ਪੜ੍ਹੇ ਲਿਖੇ। ਤੇ ਇਹ ਕੋਈ ਸ਼ਰਮ ਵਾਲੀ ਗੱਲ ਵੀ ਨਹੀਂ ਹੁੰਦੀ ਕਿ ਨਹੀਂ ਪੜ੍ਹੇ ਤਾਂ ਨਹੀਂ ਪੜ੍ਹੇ। ਸੋ ਕਹਿਣ ਦਾ ਮਤਲਬ ਆ ਕਿ ਉਹ ਸਿਰਫ ਉਹਨਾਂ ਦੀ ਘੱਟ ਸਮਝ ਦਾ ਨਤੀਜਾ ਹੁੰਦਾ ਹੈ ਇਕਨੋਮਿਕਸ ਦੇ ਮਾਮਲੇ 'ਚ। ਜ਼ਿੰਦਗੀ ਦੇ ਤਜਰਬੇ ਦੇ ਮਾਮਲੇ 'ਚ ਉਹ ਕੀ ਪਤਾ ਸਾਡੇ ਤੋਂ ਕੋਈ ਬੰਦਾ ਕਿੰਨਾ ਅੱਗੇ ਹੋਵੇ, ਪਰ ਪੜ੍ਹਾਈ ਦੇ ਮਾਮਲੇ 'ਚ, ਇਕਨੋਮਿਕਸ ਦੀ ਸਮਝ ਦੇ ਮਾਮਲੇ 'ਚ ਉਹ ਇੱਕ ਅਨਪੜ੍ਹਤਾ ਹੁੰਦੀ ਹੈ। ਉੱਥੇ ਉਹ ਕਹਿਣਾ ਬਿਲਕੁਲ ਗਲਤ ਆ, ਕਿਉਂਕਿ ਅਸਲ 'ਚ ਉਹ ਕੋਈ ਬੇਸ ਈਅਰ ਦਾ ਕੰਸੈਪਟ ਨਹੀਂ ਸਮਝ ਰਹੇ। ਤੁਹਾਡੇ ਚੋਂ ਵੀ ਕਈਆਂ ਨੂੰ ਲੱਗੂਗਾ ਕਿ ਸਰ ਜਿਹੜੇ ਸਾਲ ਨਾਲ ਆਪਾਂ ਕੰਪੇਅਰ ਕਰ ਰਹੇ ਆ, ਮੰਨਿਆ ਕਿ ਚੀਜ਼ ਦਾ ਰੇਟ 1000 ਰੁਪਇਆ ਜਾਇਜ਼ ਨਹੀਂ ਗਾ, ਇਹਦੇ 'ਚ ਬਹੁਤ ਮਹਿੰਗਾਈ ਆ, ਪਰ ਇੰਨਾ ਵੀ ਧੱਕਾ ਨਾ ਕਰੋ ਕਿ 300 ਰੁਪਇਆ ਵੀ ਫਿਰ ਚੀਜ਼ ਦਾ ਰੇਟ ਨਹੀਂ ਹੈਗਾ। ਇੰਨੀ ਵੀ ਮਹਿੰਗਾਈ ਦੀ ਮਾਰ ਨਹੀਂ, ਮਤਲਬ ਖਤਮ ਨਹੀਂ ਹੈਗੀ ਕਿ 300 ਰੁਪਇਆ ਹੋਵੇ। ਇਸੇ ਕਰਕੇ ਸਰਕਾਰਾਂ ਨੂੰ ਇੱਕ ਹਦਾਇਤ ਹੁੰਦੀ ਆ ਕਿ ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਜਾਂਦੇ ਹੋ ਨਾ, GDP ਕੈਲਕੂਲੇਟ ਕਰਨ ਵਾਸਤੇ ਆਪਣਾ ਬੇਸ ਈਅਰ ਨੇੜੇ ਲਿਆਉਂਦੇ ਜਾਓ। ਭਾਰਤ ਸਰਕਾਰ ਹੁਣ ਫੈਸਲਾ ਕਰ ਰਹੀ ਹੈ, ਇਹ 2015 ਚ ਚੁਣਿਆ ਸੀ ਅਸੀਂ 2011 ਨੂੰ ਬੇਸ ਈਅਰ, ਤੇ 23 ਆ ਗਿਆ, ਸਾਡਾ ਬੇਸ ਈਅਰ ਹਜੇ ਉਹੀ ਤੁਰਿਆ ਆਉਂਦਾ ਹੈ। ਸਾਨੂੰ ਇਹ ਚੰਗੀ ਗੱਲ ਆ ਕਿ ਬੇਸ ਈਅਰ ਜਿਹੜਾ ਹੈ ਉਹ ਨੇੜੇ ਆ ਜਾਣਾ ਚਾਹੀਦਾ ਹੈ। ਹੁਣ 2023-24 ਚ ਐਟਲੀਸਟ ਸਾਡਾ ਬੇਸ ਈਅਰ 17-18 ਹੋਣਾ ਚਾਹੀਦਾ ਹੈ, ਉਹ ਵੀ 17-18 19-16 ਦੇ ਨੇੜੇ ਚੋਂ। ਇਹਨਾਂ ਚਾਰਾਂ ਚੋਂ ਵੀ ਉਹ ਸਾਲ ਜਿਹੜੇ ਸਾਲ ਮਹਿੰਗਾਈ ਨੇ ਹਲਚਲ ਘੱਟ ਹੀ ਕੀਤੀ ਹੋਵੇ, ਉਸ ਸਾਲ ਨੂੰ ਬੇਸ ਈਅਰ ਮੰਨਿਆ ਜਾਣਾ ਚਾਹੀਦਾ ਹੈ। ਇਹਦਾ ਮਤਲਬ ਕੋਈ ਮੈਨੂੰ ਕਵੇ ਸਰ ਜਿਹੜੀ ਕਾਂਸਟੈਂਟ ਪ੍ਰਾਈਸ ਵਾਲੀ GDP ਆ, ਉਹ ਬਿਨਾ ਉਹਦੇ ਤੋਂ ਹੁੰਦੀ ਆ GDP ਐਟ ਕਾਂਸਟੈਂਟ ਪ੍ਰਾਈਸ। ਕਾਂਸਟੈਂਟ ਪ੍ਰਾਈਸ ਵਾਲੀ ਬਿਨਾ ਮਹਿੰਗਾਈ ਤੋਂ ਹੁੰਦੀ ਆ। ਕਰੰਟ ਵਾਲੀ ਫਿਰ ਵੀ ਅੱਜ ਦੀ GDP ਆ, ਬਟ ਇਹ ਮਹਿੰਗਾਈ ਰਹਿਤ ਨਹੀਂ ਹੁੰਦੀ, ਇਹ ਚ ਮਹਿੰਗਾਈ ਮਿਕਸ ਹੁੰਦੀ ਆ। ਦੋਵਾਂ ਨੂੰ ਡਿਵਾਈਡ ਕਰਕੇ ਕੀ ਆਉਂਦਾ ਹੈ, ਇਹਨੂੰ ਮੈਂ ਕਹਿੰਦਾ GDP ਡਿਫਲੇਟਰ। ਇਹ GDP ਕਿੰਨੀ ਕੁ ਡਿਫਲੇਟ ਕੀਤੀ ਆ, ਸਕਲ ਘਰੇਲੂ ਉਤਪਾਦ ਕਿੰਨਾ ਕੁ ਉਛਲਿਆ ਹੈ। GDP ਡਿਫਲੇਟਰ ਮਤਲਬ GDP ਐਟ ਕਰੰਟ ਪ੍ਰਾਈਸ ਬਟੇ GDP ਐਟ ਕਾਂਸਟੈਂਟ ਪ੍ਰਾਈਸ। ਮਤਲਬ ਕਿ ਸਕਲ ਘਰੇਲੂ ਉਤਪਾਦ ਜੋ ਕਿ ਸਾਡਾ ਸਥਿਰ ਦਰਾਂ ਤੇ ਆ, ਉੱਪਰ ਸਕਲ ਘਰੇਲੂ ਉਤਪਾਦ ਸਾਡੀਆਂ ਚਲੰਤ ਦਰਾਂ ਤੇ, ਦੋਵਾਂ ਨੂੰ ਡਿਵਾਈਡ ਕਰ ਦੋ GDP ਡਿਫਲੇਟਰ। ਉਹ ਆ ਕੀ ਚੀਜ਼ ਰਿਫਲੈਕਟ ਕਰੂਗਾ? ਮਹਿੰਗਾਈ, ਇਨਫਲੇਸ਼ਨ। GDP ਡਿਫਲੇਟਰ ਹਮੇਸ਼ਾ ਕੀ ਦੱਸਦਾ ਹੈ? ਸਕਲ ਘਰੇਲੂ ਉਤਪਾਦ ਦਾ ਡਿਫਲੇਟਰ ਜਿਹੜਾ ਹੈ ਉਹ ਹਮੇਸ਼ਾ ਹੀ ਮਹਿੰਗਾਈ ਨੂੰ ਪ੍ਰੈਡਿਕਟ ਕਰਕੇ ਦੱਸਦਾ ਹੈ, ਉਹ ਮਹਿੰਗਾਈ ਦੀ ਪਹਿਚਾਣ ਕਰਕੇ ਦੱਸਦਾ ਹੈ। ਉਮੀਦ ਕਰਦਾ ਕਿ ਤੁਹਾਨੂੰ GDP ਦਾ ਇਹ ਕਨਸੈਪਟ ਜਿਹੜਾ ਹੈ ਕਾਫੀ ਹੱਦ ਤੱਕ ਸਮਝ ਆ ਗਿਆ ਹੋਊਗਾ। ਸੋ ਇਹ ਸੀ ਆਪਣਾ GDP ਦਾ ਕਨਸੈਪਟ ਦਾ ਕਰੰਟ ਪ੍ਰਾਈਸ ਤੇ ਕਾਂਸਟੈਂਟ। ਅੱਗੇ ਆ ਜਾਓ, ਹੁਣ ਸਮਝਣ ਦੀ ਕੋਸ਼ਿਸ਼ ਕਰਿਓ ਆਪਾਂ ਕੀ ਕੀ ਕੈਲਕੂਲੇਟ ਕਰ ਲਿਆ। GDP, ਆਮਦਨੀ ਦਾ, ਇਹ ਸਾਰੇ ਤਰੀਕੇ ਕੈਲਕੂਲੇਟ ਕਰਨ ਤੋਂ ਬਾਅਦ ਅਸੀਂ ਇਹ ਕਲੀਅਰ ਕਰ ਲਿਆ। ਬੇਸ ਈਅਰ ਦਾ ਵੀ ਕਨਸੈਪਟ ਸਾਨੂੰ ਕਲੀਅਰ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਆ ਸਾਡੇ ਕੋਲ GDP ਡਿਫਲੇਟਰ, ਇਹ ਵੀ ਕਲੀਅਰ ਹੋ ਗਿਆ ਸਾਡੇ ਕੋਲ। ਨੈਕਸਟ ਉਸ ਤੋਂ ਬਾਅਦ ਆ ਗਿਆ ਅੱਗੇ ਕੋਲ, ਹਾਂਜੀ, ਹੁਣ ਕੁਝ ਗੱਲਾਂ ਨੇ ਜਿਹੜੀਆਂ 2015 ਤੋਂ ਬਾਅਦ ਚੇਂਜ ਹੋਈਆਂ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨਿਊ ਮੈਥਡ ਆਫ ਐਸਟੀਮੇਸ਼ਨ ਆਫ GDP। ਸਕਲ ਘਰੇਲੂ ਉਤਪਾਦ ਨੂੰ ਐਸਟੀਮੇਟ ਕਰਨ ਦੇ ਜਿਹੜੇ ਨਵੇਂ ਮੈਥਡ ਆ, ਜੋ ਨਵੀਆਂ ਚੀਜ਼ਾਂ ਸਰਕਾਰ ਨੇ ਕੀਤੀਆਂ। ਦੇਖੋ, ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਇੱਕ ਬਹੁਤ ਵੱਡਾ ਚੇਂਜ ਕੀਤਾ ਹੈ, ਸਾਡੀ ਨੈਟ ਤੇ ਇੱਕ ਬਹੁਤ ਵੱਡੀ ਐਕਸਲ ਸ਼ੀਟ ਬਣਾਈ ਆ।
ਜਿਹਨੂੰ ਆਪਾਂ ਕਹਿ ਦਿੰਦੇ ਆ MCA 21, ਬਹੁਤ ਇੰਪੋਰਟੈਂਟ ਸ਼ਬਦ ਆ। MCA 21 ਆ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ 21 ਦਾ ਮਤਲਬ ਆ 21ਵੀਂ ਸਦੀ। ਇਹ ਇੱਕ ਬਹੁਤ ਤਗੜਾ ਇਨੀਸ਼ੀਏਟਿਵ ਆ ਸਰਕਾਰ ਦਾ, ਜਿਹਦੇ ਚ ਬਹੁਤ ਸਾਰੀਆਂ ਫਰਮਾਂ ਤੋਂ 5 ਲੱਖ ਫਰਮਾਂ ਤੋਂ ਡਾਟਾ ਕਲੈਕਟ ਕੀਤਾ ਗਿਆ ਹੈ, ਤਾਂ ਕਿ GDP ਦੀ ਕੈਲਕੂਲੇਸ਼ਨ 'ਚ ਸਾਡੇ ਕੋਲ 2001 ਦਾ 11 ਦਾ ਸਹੀ ਅੰਕੜਾ ਹੋਵੇ ਤੇ ਅਸੀਂ ਉਸ ਐਕਸਲ ਸ਼ੀਟ ਅੱਜ ਦੀਆਂ ਚੀਜ਼ਾਂ ਪਾਈਏ ਤੇ ਸਾਡੀ ਆਸਾਨੀ ਨਾਲ ਸਾਡੀ ਕੈਲਕੂਲੇਸ਼ਨ ਆ ਜੇ। ਸਭ ਤੋਂ ਵੱਡਾ ਸੁਧਾਰ ਜੋ ਸਰਕਾਰ ਨੇ ਕੀਤਾ ਹੈ ਉਹ ਆ MCA 21 ਦਾ ਐਂਟਰੀ। MCA 21 ਇੱਕ ਬਹੁਤ ਤਗੜਾ ਗਵਰਨੈਂਸ ਮੈਥਡ ਆ, ਜਿਹਨੂੰ ਕਿ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਚਲਾ ਰਹੀ ਆ। ਇਲੈਕਟ੍ਰੋਨਿਕਲੀ ਤੁਸੀਂ ਆਪਣੀ ਜਿਹੜੇ ਵੀ ਵਿੱਤੀ ਨਤੀਜੇ ਆ ਉੱਥੇ ਦੇਖ ਸਕਦੇ ਹੋ। ਡਾਟਾ ਬਹੁਤ ਸਾਰੀਆਂ ਫਰਮਸ ਤੋਂ ਕਲੈਕਟ ਕਰਕੇ ਇਹਦੇ ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਬਹੁਤ ਘੱਟ ਫਰਮਾਂ ਤੋਂ ਡਾਟਾ ਜਿਹੜਾ ਸੀਗਾ ਉਹ ਲਿਆ ਜਾਂਦਾ ਸੀ। ਦੂਜਾ ਚੇਂਜ ਕੀ ਕੀਤਾ ਗਿਆ ਕਿ ਅਸਲ ਦੇ ਵਿੱਚ 2004-05 ਸਾਡਾ ਬੇਸ ਈਅਰ ਹੁੰਦਾ ਸੀ ਇਕਨੋਮੀ ਦਾ, ਜਿਹੜਾ ਕਿ ਬਹੁਤ ਪਿਛੜ ਚੁੱਕਿਆ ਸੀਗਾ। ਉਹਨੂੰ ਖਾਰਜ ਕਰਕੇ ਅਸੀਂ 2011-12 ਨੂੰ ਆਪਣਾ ਬੇਸ ਈਅਰ ਡਿਕਲੇਅਰ ਕਰ ਲਿਆ। ਇਹ ਵੀ ਇੱਕ ਮੈਥਡ ਬਹੁਤ ਚੰਗਾ ਹੋਇਆ, ਠੀਕ ਆ। ਤੀਸਰਾ ਅਸੀਂ GVA ਮੈਥਡ ਤੇ ਆਏ। ਤੁਸੀਂ ਕਹੋਗੇ ਸਰ ਇਹ ਕੀ ਗੱਲ ਆ, GDP ਤੇ GVA ਇੱਕੋ ਹੀ ਤਾਂ ਗੱਲ ਆ। ਸੈਕਟਰ ਵਾਈਜ਼ ਆਪਾਂ GVA ਕਹਿ ਦਿੰਦੇ ਆ ਤੇ ਓਵਰਆਲ ਆਪਾਂ GDP ਕਹਿ ਦਿੰਦੇ ਆ। ਨਹੀਂ ਯਾਰ, ਜਿਹੜਾ ਚੇਂਜ ਇਹਦੇ ਚ ਹੋਇਆ ਪਤਾ ਕੀ ਸੀ? ਪਹਿਲਾਂ ਆਪਾਂ ਗੋਲਦੇ ਨਹੀਂ ਸੀ। GVA ਐਟ ਫੈਕਟਰ ਕਾਸਟ ਪਲੱਸ ਇੰਡਾਇਰੈਕਟ ਟੈਕਸ ਮਾਈਨਸ ਇੰਡਾਇਰੈਕਟ ਸਬਸਿਡੀਜ਼ ਬਰਾਬਰ ਹੈ GDP ਐਟ ਮਾਰਕੀਟ ਪ੍ਰਾਈਸ। ਕਿਸੇ ਨੇ ਪੜਿਆ ਸੀ ਪਹਿਲਾਂ ਬੇਸਿਕ ਪ੍ਰਾਈਸ ਦਾ ਕਨਸੈਪਟ? ਨਹੀਂ। ਆ ਬੇਸਿਕ ਪ੍ਰਾਈਸ ਤੇ ਪ੍ਰੋਡਕਸ਼ਨ ਟੈਕਸ ਤੇ ਪ੍ਰੋਡਕਸ਼ਨ ਸਬਸਿਡੀਜ਼ ਦਾ ਕਨਸੈਪਟ ਵੀ 2015 ਤੋਂ ਬਾਅਦ ਇੰਟਰੋਡਿਊਸ ਕੀਤਾ ਗਿਆ ਹੈ। ਤੀਸਰਾ ਸੁਧਾਰ GDP ਦੀ ਐਸਟੀਮੇਸ਼ਨ ਚ ਜਾਂ GDP ਨੂੰ ਕੈਲਕੂਲੇਟ ਕਰਨ ਦਾ ਜਾਂ ਉਹਦਾ ਅੰਦਾਜ਼ਾ ਲਾਉਣ ਚ ਆਹ 3 ਵੱਡੇ ਪੱਧਰ ਤੇ ਸੁਧਾਰ ਜਿਹੜੇ ਆ ਜੀ ਉਹ ਕੀਤੇ ਗਏ ਆ। ਦੱਸੋ ਜੀ, ਕਲੀਅਰ ਹੋ ਗਿਆ? GDP ਕੀ ਹੁੰਦੀ ਆ, NDP ਕੀ ਆ, NNP ਕੀ ਆ, GNP ਕੀ ਆ, GDP ਐਟ ਫੈਕਟਰ ਕਾਸਟ ਮਾਰਕੀਟ ਪ੍ਰਾਈਸ, GVA ਐਟ ਫੈਕਟਰ ਕਾਸਟ, GVA ਐਟ ਬੇਸਿਕ ਪ੍ਰਾਈਸ, GVA ਐਟ ਮਾਰਕੀਟ ਪ੍ਰਾਈਸ। ਓਵਰਆਲ GDP ਦਾ GVA ਨਾਲ ਕੀ ਰਿਲੇਸ਼ਨ ਹੈ? GDP ਨੂੰ ਕੈਲਕੂਲੇਟ ਕਰਨ ਦਾ ਇਨਕਮ ਮੈਥਡ, ਵੈਲਿਊ ਐਡੀਸ਼ਨ ਮੈਥਡ, ਐਕਸਪੈਂਡੀਚਰ ਮੈਥਡ। ਇਨਕਮ ਮੈਥਡ ਦੇ ਵਿੱਚ ਆਪਰੇਟਿੰਗ ਸਰਪਲਸ ਕੀ ਚੀਜ਼ ਆ, ਐਂਡ ਮਿਕਸਡ ਇਨਕਮ ਕੀ ਚੀਜ਼ ਆ, ਕੰਪਨਸੇਸ਼ਨ ਟੂ EMPLOYEES ਕੀ ਚੀਜ਼ ਆ। ਇਸ ਤੋਂ ਵੱਧ ਟੈਕਨੀਕਲ ਨਹੀਂ ਹੋਇਆ ਜਾ ਸਕਦਾ ਤੇ ਇਹ ਸਭ ਤੋਂ ਔਖਾ ਚੈਪਟਰ ਸੀਗਾ। ਆਪਾਂ ਇਕਨੋਮੀ ਚ ਸਭ ਤੋਂ ਪਹਿਲਾਂ ਸਿੰਘ ਹੀ ਸਭ ਤੋਂ ਔਖੇ ਚੈਪਟਰ ਚ ਫਸਾਏ ਆ, ਬਸ ਔਖਾ ਚੈਪਟਰ ਖਤਮ ਹੋ ਗਿਆ। ਸੋ ਅੱਗੇ ਆਪਾਂ ਇਸ ਚੈਪਟਰ ਦਾ ਇੱਕ ਰਹਿੰਦ ਖੂੰਦ ਆਪਣੇ ਕੋਲ ਬਚੀ ਆ, ਠੀਕ ਆ। ਸੋ ਆਪਣੇ ਕੋਲ ਜੋ ਬਚਿਆ ਲੈ ਦੇ ਕੇ ਲਾਸਟ ਚ ਆਏ ਕਿ ਵਟ ਇਜ਼ ਕੈਪੀਟਲ ਆਊਟਪੁੱਟ ਰੇਸ਼ੋ, ਠੀਕ ਆ। ਪੂੰਜੀ ਆਊਟਪੁੱਟ ਅਨੁਪਾਤ ਕੀ ਹੁੰਦਾ? ਵਟ ਇਜ਼ ਕੈਪੀਟਲ ਆਊਟਪੁੱਟ ਰੇਸ਼ੋ। ਇਹ ਇੱਕ ਟੈਕਨੀਕਲ ਜੀ ਟਰਮ ਆ ਜਿਹੜੀ ਕਿ ਅਕਸਰ ਤੁਸੀਂ ਆਪਣੇ ਆਰਥਿਕ ਸਰਵੇਖਣਾਂ 'ਚ, ਜਿਹੜਾ ਭਾਰਤ ਤੇ ਪੰਜਾਬ ਦਾ ਇਕਨੋਮਿਕ ਸਰਵੇ, ਹੁਣ ਵਾਰ-ਵਾਰ ਸ਼ਬਦ ਵਰਤੋਗੇ, ਦੇਖੋਗੇ ਕਿ ਸਰ ਤੁਸੀਂ ਦੱਸ ਰਹੇ ਹੋ ਇਕਨੋਮਿਕ ਸਰਵੇ, ਇਕਨੋਮਿਕ ਸਰਵੇ। ਇਕਨੋਮਿਕ ਸਰਵੇ ਬਲਾ ਕੀ ਆ? ਬੇਸਿਕਲੀ ਇਕਨੋਮਿਕ ਸਰਵੇ ਹੈ ਕੀ ਆ ਮੈਂ ਦੱਸਦਾ। ਇਕਨੋਮਿਕ ਸਰਵੇ ਮਤਲਬ ਆਰਥਿਕ ਸਰਵੇਖਣ। ਆਰਥਿਕ ਸਰਵੇਖਣ ਦਾ ਮਤਲਬ ਆ ਕਿਸੇ ਇੱਕ ਸਾਲ ਦਾ ਪੂਰਾ ਡਾਟਾ ਜੋ ਸਰਕਾਰ ਕੋਲ ਅਵੇਲੇਬਲ ਹੁੰਦਾ ਹੈ, ਠੀਕ ਆ। ਪਿਛਲੇ ਸਾਲ ਦਾ ਬੇਸਿਕਲੀ ਡਾਟਾ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਆਰਥਿਕ ਸਰਵੇਖਣ ਕਹਿ ਕੇ ਚੱਲਦੇ ਹਾਂ। ਭਾਰਤ ਦਾ ਆਰਥਿਕ ਸਰਵੇਖਣ ਫਰਵਰੀ ਦੇ ਮਹੀਨੇ ਚ ਆਉਂਦਾ ਹੈ। ਜੇ 2023 ਦੀ ਫਰਵਰੀ ਚ ਆਰਥਿਕ ਸਰਵੇਖਣ ਆਇਆ ਹੈ ਤਾਂ ਉਹਨੂੰ ਕਵਾਂਗੇ 22-23 ਦਾ ਆਰਥਿਕ ਸਰਵੇਖਣ। ਪਿਛਲੇ ਸਾਲ ਤੋਂ ਲੈ ਕੇ ਜਿਹੜਾ 23 ਦੀ ਫਰਵਰੀ ਤੱਕ ਦਾ ਜੋ ਰਿਜ਼ਲਟ ਨਿਕਲਿਆ ਸਾਡੀ ਇਕਨੋਮੀ ਦਾ, ਉਹ ਇਕਨੋਮਿਕ ਸਰਵੇ ਚ ਪਾ ਦਿੱਤਾ ਜਾਂਦਾ ਹੈ। ਸਿਮਿਲਰਲੀ ਇਹ ਇਕਨੋਮਿਕ ਸਰਵੇ ਬਜਟ ਆਉਣ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਬਜਟ ਤਾਂ ਅਗਲੇ ਸਾਲ ਦਾ ਆਉਂਦਾ ਨਾ 23-24 ਦਾ, ਜੇ 23 ਚ ਆਊਗਾ ਤਾਂ 23-24 ਦਾ ਆਊਗਾ, ਅਗਲੇ ਸਾਲ ਤੁਸੀਂ ਕੀ ਖਰਚੇ ਕਰਨੇ ਆ। ਇਕਨੋਮਿਕ ਸਰਵੇ ਇੱਕ ਸਾਲ ਪੁਰਾਣਾ ਆਉਂਦਾ ਹੈ, ਜਿਹੜਾ ਉਸ ਡੇਟ ਤੱਕ, ਜਿਸ ਦਿਨ ਤੱਕ ਦਾ ਹੁੰਦਾ, ਉਸ ਮਹੀਨੇ ਤੱਕ ਦਾ ਹੁੰਦਾ ਕਿ ਪਿਛਲੇ ਇੱਕ ਸਾਲ ਚ ਸਰਕਾਰ ਨੇ ਕੀ ਗੋਲ ਖਿਲਾਤੇ। ਪੰਜਾਬ ਦਾ ਆਪਣਾ ਇਕਨੋਮਿਕ ਸਰਵੇ ਆਉਂਦਾ ਹੈ, ਇੰਡੀਆ ਦਾ ਆਪਣਾ। ਜਿਵੇਂ ਹੁਣ ਸਪੋਜ਼ ਕਰੋ, ਜੇ ਮੈਂ ਤੁਹਾਨੂੰ ਇੱਕ ਸਲਾਹ ਦੇਵਾਂ, ਮੈਂ ਨਾ ਇੱਕ YouTube ਤੇ ਵੀਡੀਓ ਅਪਲੋਡ ਕੀਤੀ ਆ, ਆਪਣੇ ਟੌਪਿਕ ਚੈਪਟਰ ਚ ਨਹੀਂ ਪਾਈ, ਪਰ ਹਾਂ ਹੁਣ ਮੈਂ ਇਸੇ ਵੀਡੀਓ ਦੇ ਥੱਲੇ ਤੁਹਾਡੇ ਕੋਰਸ ਚ ਉਸ ਵੀਡੀਓ ਨੂੰ ਐਡ ਕਰ ਦੂੰਗਾ। ਰਿਕਾਰਡਡ ਆ, ਕੱਲ ਪਰਸੋਂ ਹੀ ਰਿਕਾਰਡ ਹੋਈ ਹੈ, ਪੰਜਾਬ ਦਾ ਇਕਨੋਮਿਕ ਸਰਵੇ। ਅੱਜ ਪੜਾਉਂਦਾ ਉਹ ਤੁਸੀਂ ਵੀਡੀਓ ਜਿਹੜੀ ਆ ਦੇਖੋਗੇ, ਜਿਹੜੀ YouTube ਤੇ ਵੀ ਪਈ ਆ ਤੇ ਤੁਹਾਡੀ ਇਸ ਵੀਡੀਓ ਦੇ ਥੱਲੇ ਵੀ ਅਪਲੋਡ ਹੋ ਜਾਊਗੀ। ਤੁਸੀਂ YouTube ਤੇ ਜਾ ਕੇ ਦੇਖ ਵੀ ਲਓਗੇ। ਉਹ 'ਚ ਮੈਂ ਪੜਾਇਆ ਪੰਜਾਬ ਦੀ ਇਕਨੋਮਿਕ ਸਰਵੇ ਬਾਰੇ। ਵੀਡੀਓ ਦਾ ਨਾਮ ਆ ਸੈਕਸ਼ਨ ਆਫੀਸਰਸ ਦੀ ਨਾ PPSC ਚ ਇੱਕ ਇੰਟਰਵਿਊ ਚੱਲ ਰਹੀ ਆ, ਉਹਨਾਂ ਦਾ ਲੈਕਚਰ 2 ਆ ਕਿ 3 ਆ, ਜਿਹਦੇ ਚ ਮੈਂ ਇਕਨੋਮਿਕ ਸਰਵੇ ਪੜਾਇਆ ਪੰਜਾਬ ਦਾ ਕਿ ਬਈ ਤੁਹਾਡਾ ਇਕਨੋਮਿਕਸ ਨਾਲ ਸੰਬੰਧਿਤ ਪੇਪਰ ਹੋਇਆ ਸੀ, ਇੰਟਰਵਿਊ ਚ ਤੁਹਾਡੇ ਕੋਲ ਪੁੱਛ ਸਕਦੇ ਆ ਪੰਜਾਬ ਦੀ ਇਕਨੋਮੀ ਨਾਲ ਸੰਬੰਧਿਤ, ਤਾਂ ਕਿਉਂ ਨਾ ਪੰਜਾਬ ਦੇ ਇਕਨੋਮਿਕ ਸਰਵੇ ਚ 4 ਗੱਲਾਂ ਪਤਾ ਹੋਣ। ਸੋ ਉਹ ਤੁਹਾਨੂੰ ਹੁਣ ਸਮਝ ਆ ਜਾਊਗਾ। ਪਤਾ ਕਿਉਂ ਨਹੀਂ ਸੀ ਸਮਝ ਆਉਣਾ ਪਹਿਲਾਂ? ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਵਟ ਇਜ਼ GVA, ਵਟ ਇਜ਼ GDP।
ਤੇ ਇੱਕ ਗੱਲ ਹੋਰ ਸਮਝ ਲਓ ਜਿਹੜੀ ਹਜੇ ਤੱਕ ਸ਼ਾਇਦ ਤੁਹਾਨੂੰ ਸਮਝ ਨਹੀਂ ਆਈ, ਆ ਆਊਟਪੁੱਟ ਰੇਸ਼ੋ ਫੇਰ ਸਮਝਾਉਣਾ 2 ਮਿੰਟ ਬਾਅਦ। ਅਸਲ ਦੇ ਵਿੱਚ ਮੰਨ ਲਓ ਮੇਰੇ ਪੰਜਾਬ ਦੀ ਇਕਨੋਮੀ ਇਸ ਸਾਲ 6 ਲੱਖ ਕਰੋੜ ਦੀ ਆ, ਇਸ ਵਾਰ ਦੀ ਜੀਡੀਪੀ, ਸੌਰੀ ਅਗਲੇ ਸਾਲ ਮੇਰੀ ਜੀਡੀਪੀ ਹੋ ਗਈ 6 ਲੱਖ 20 ਹਜ਼ਾਰ ਕਰੋੜ। ਤਾਂ ਦੱਸੋ ਕਿ ਇੱਕ ਸਾਲ 'ਚ ਮੈਂ ਜੀਡੀਪੀ ਕਿੰਨੇ % ਵਧਾਈ ਆ? ਫਾਈਨਲ ਮਾਈਨਸ ਇਨੀਸ਼ੀਅਲ ਕਿੰਨੀ ਹੋ ਗਈ ਭਲਾ? 10,000। 6 ਲੱਖ 10,000 ਕਰੋੜ ਤੋਂ ਇਹ 10,000 ਕਰੋੜ ਵਧਾਈ ਆ। ਕਿੰਨੇ ਪਿੱਛੇ ਵਧਾਈ ਆ? 6 ਲੱਖ ਪਿੱਛੇ ਤੇ ਮਲਟੀਪਲਾਈ ਕਿੰਨੇ ਨਾਲ ਕਰਨਾ ਹੈ? 100 ਨਾਲ। ਹਾਂਜੀ ਅੱਛਾ 20,000 ਵਧੀ ਆ, ਠੀਕ ਆ। 20/6 × 10, ਠੀਕ ਆ। ਆ 3 ਆ 10, 100/3 ਆ ਗਿਆ। ਤੇ ਜੋ ਵੀ ਆ ਗਿਆ ਮੈਨੂੰ ਨਹੀਂ ਪਤਾ, 33%, 33% ਤਾਂ ਨਹੀਂ ਆਉਣਾ ਚਾਹੀਦਾ, 3% ਆਊਗਾ, ਕੁਝ ਵੀ ਆਊਗਾ, ਭਾਵੇਂ 7 ਆਵੇ ਭਾਵੇਂ 8 ਆਵੇ। ਅਸਲ 'ਚ ਮੰਨ ਲਓ ਇਸ ਕੈਲਕੂਲੇਟ ਕਰਕੇ ਮੰਨ ਲਓ ਕਿ 8% ਆ ਗਿਆ। ਕਿੰਨਾ ਆ ਗਿਆ? 8% ਆ ਗਿਆ। ਮੰਨ ਲਓ ਕਿ ਇਹ ਕੈਲਕੂਲੇਟ ਕਰਕੇ 8% ਆ ਗਿਆ, ਤਾਂ ਜੋ ਇਹ 8% ਆਇਆ ਉਹ ਕੀ ਆ? ਇਹ ਜੀਡੀਪੀ ਨਹੀਂ ਗੀ, ਇਹਨੂੰ ਕਹਿੰਦੇ ਆ ਜੀਡੀਪੀ ਗਰੋਥ। ਇਹਨੂੰ ਆਪਾਂ ਜੀਡੀਪੀ ਨਾ ਕਹਿ ਕੇ ਇਹਨੂੰ ਆਪਾਂ ਕੀ ਕਵਾਂਗੇ? ਜੀਡੀਪੀ ਗਰੋਥ ਕਵਾਂਗੇ, ਠੀਕ ਆ। ਤਾਂ ਹੁਣ ਆਪਾਂ ਇਹ ਜੀਡੀਪੀ ਗਰੋਥ ਸਮਝੀ ਹੈ। ਜੀਡੀਪੀ ਹੁੰਦੀ ਆ ਰੁਪਈਆਂ 'ਚ, ਜਿਹੜਾ ਪਰਸੈਂਟੇਜ ਨਹੀਂ ਕਹਿ ਦਿੰਦੇ ਪੰਜਾਬ ਦੀ ਜੀਡੀਪੀ ਜਾਂ ਭਾਰਤ ਦੀ ਜੀਡੀਪੀ 8% ਤੇ ਗਰੋ ਕਰੂਗੀ, ਉਹ ਜੀਡੀਪੀ ਨਹੀਂ ਹੁੰਦੀ, ਉਹ ਕੀ ਹੁੰਦੀ ਹੈ? ਜੀਡੀਪੀ ਗਰੋਥ ਹੁੰਦੀ ਹੈ। ਚੱਲੀਏ ਆਪਾਂ ਅੱਗੇ। ਹੁਣ ਆਪਾਂ ਆ ਗਏ ਅਗਲੀ ਟਰਮ ਤੇ, ਕੈਪੀਟਲ ਆਊਟਪੁੱਟ ਰੇਸ਼ੋ, ਪੂੰਜੀ ਆਊਟਪੁੱਟ ਅਨੁਪਾਤ ਕੀ ਚੀਜ਼ ਆ, ਠੀਕ ਆ। ਇਹ ਕੈਪੀਟਲ ਆਊਟਪੁੱਟ ਰੇਸ਼ੋ ਹੁੰਦੀ ਕੀ ਆ? ਪਹਿਲਾਂ ਆਪਾਂ ਇਹਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ, ਠੀਕ ਹੈ ਜੀ। ਜੀਡੀਪੀ ਕੈਪੀਟਲ ਰੇਸ਼ੋ ਹੈ ਕੀ ਆ? ਸੋ ਮੇਰੀ ਇੱਕ ਸਲਾਹ ਹੈ, ਜੀਡੀਪੀ ਦਾ ਲੈਕਚਰ ਜਦੋਂ ਖਤਮ ਹੋ ਗਿਆ ਇਸ ਤੋਂ ਬਾਅਦ ਤੁਸੀਂ YouTube ਤੇ ਜਾ ਕੇ, ਵੈਸੇ ਮੈਂ ਕਹਿ ਵੀ ਦਊਂਗਾ ਸਿਮਰਨ ਨੂੰ ਕਿ ਉਹ ਲੈਕਚਰ ਅਪਲੋਡ ਕਰਕੇ ਇੱਥੋਂ ਉੱਥੋਂ ਨਾ YouTube ਤੋਂ ਡਾਊਨਲੋਡ ਕਰਕੇ ਪੰਜਾਬ ਦੇ ਇਕਨੋਮਿਕ ਸਰਵੇ ਦਾ ਲੈਕਚਰ ਤੁਹਾਡੇ ਥੱਲੇ ਹੀ ਪਾ ਦੇ, ਠੀਕ ਹੈ। ਖੈਰ ਆ ਜਾਓ। ਵਟ ਇਜ਼ ਕੈਪੀਟਲ ਆਊਟਪੁੱਟ ਰੇਸ਼ੋ? ਬੜੀ ਇੰਪੋਰਟੈਂਟ ਚੀਜ਼ ਹੈ, ਬਹੁਤ ਇੰਪੋਰਟੈਂਟ ਆ। ਕੈਪੀਟਲ ਆਊਟਪੁੱਟ ਰੇਸ਼ੋ ਦੀ ਪੰਜਾਬੀ ਇਹ ਬਣਦੀ ਆ ਕੈਪੀਟਲ ਬਟੇ ਆਊਟਪੁੱਟ ਰੇਸ਼ੋ। ਆਹੀ ਹੁੰਦੀ ਹੈ। ਮਤਲਬ ਜੇ ਕੋਈ ਮੈਨੂੰ ਕਵੇ ਕਿ ਬਈ, ਮੈਨੂੰ ਹੀ ਕੋਈ ਕਵੇ ਕਿ ਬਾਈ ਮੈਨੂੰ 30 ਰੁਪਏ ਦੇ ਦੇ, 32 ਰੁਪਏ ਦੇ ਦੇ, ਮੈਂ ਤੈਨੂੰ 8 ਰੁਪਏ ਕਮਾ ਕੇ ਦਊਂਗਾ। ਤੇ ਕੋਈ ਬੰਦਾ ਮੈਨੂੰ ਕਹਿ ਦੇ ਕਿ ਬਈ 32 ਰੁਪਏ ਚੋਂ ਮੈਂ ਤੈਨੂੰ, ਮਤਲਬ ਤਾਂ 32 ਰੁਪਏ ਦੇ, ਮੈਂ ਤੈਨੂੰ 8 ਰੁਪਏ ਕਮਾ ਕੇ ਦਊਂਗਾ, ਤਾਂ ਮੇਰੀ ਕੈਪੀਟਲ ਆਊਟਪੁੱਟ ਰੇਸ਼ੋ ਕਿੰਨੀ ਆ ਗਈ? 32/8। ਮੈਨੂੰ ਕੋਈ ਕਵੇ ਕਿ 32 ਕਿੰਨੀ ਆ ਗਈ ਭਲਾ? 4। ਕੋਈ ਮੈਨੂੰ ਕਹੇ ਕਿ 32 ਰੁਪਏ ਦੇ ਮੈਨੂੰ, ਮੈਂ ਤੈਨੂੰ 10 ਰੁਪਏ ਕਮਾ ਕੇ ਦਊਂਗਾ, ਤਾਂ ਕੈਪੀਟਲ ਆਊਟਪੁੱਟ ਰੇਸ਼ੋ ਕਿੰਨੀ ਆ ਗਈ? 32/10। ਇਹ ਕਿੰਨੀ ਆ ਗਈ? ਜਿਆਦੀ ਕਿਹੜੀ ਆ? ਮੈਨੂੰ ਇੱਕ ਗੱਲ ਦੱਸੋ, ਮੇਰੇ ਭਲੇ ਵਾਸਤੇ ਕਿਹੜੀ ਵਧੀਆ ਹੈ? ਘੱਟ ਕੈਪੀਟਲ ਆਊਟਪੁੱਟ ਰੇਸ਼ੋ ਕਿ ਜਿਆਦੀ? ਘੱਟ ਵਾਲੀ ਕਿ ਜਿਆਦੀ ਵਾਲੀ ਵਧੀਆ ਹੈ? ਕੋਈ ਮੈਨੂੰ ਕਵੇ ਕਿ ਮੈਨੂੰ 32 ਰੁਪਏ ਦੇ, ਮੈਨੂੰ 32 ਰੁਪਏ ਕੈਪੀਟਲ ਦੇ, ਮੈਂ ਤੈਨੂੰ 8 ਰੁਪਏ ਕਮਾ ਕੇ ਦਊਂਗਾ ਉਹਦੇ ਚੋਂ, ਤਾਂ ਮੇਰੀ ਕੈਪੀਟਲ ਆਊਟਪੁੱਟ ਰੇਸ਼ੋ COR ਕਹਿੰਦੇ ਇਹਨੂੰ, ਇਹ ਨਿਕਲ ਕੇ ਆ ਰਹੀ ਹੈ 4। ਕੋਈ ਮੈਨੂੰ ਕਵੇ 32 ਰੁਪਏ ਦੇ, ਮੈਂ ਤੈਨੂੰ 10 ਰੁਪਏ ਕਮਾ ਕੇ ਦਊਂਗਾ, ਤੇ ਮੇਰੀ ਕੈਪੀਟਲ ਆਊਟਪੁੱਟ ਰੇਸ਼ੋ ਕਿੰਨੀ ਨਿਕਲ ਕੇ ਆ ਰਹੀ ਹੈ? 3.2। ਤਾਂ ਮੈਨੂੰ ਕੋਈ ਮੈਨੂੰ ਕਿਹੜੇ ਕੇਸ 'ਚ ਜਾਣਾ ਚਾਹੀਦਾ ਹੈ? ਜਿਹਨੂੰ ਮੈਂ 32 ਰੁਪਏ ਦੇਵਾਂ, ਮੈਨੂੰ 10 ਰੁਪਏ ਕਮਾ ਕੇ ਦੇਵੇ ਕਿ 8 ਰੁਪਏ? 10 ਰੁਪਏ। ਤਾਂ ਮੇਰੀ ਕੈਪੀਟਲ ਆਊਟਪੁੱਟ ਰੇਸ਼ੋ ਕਿਸੇ ਕੰਪਨੀ ਦੀ 3.2 ਆ, ਇੱਕ ਕੰਪਨੀ ਦੀ 4 ਆ। ਕਿਹੜੀ ਕੰਪਨੀ ਤਰੱਕੀ ਕਰ ਰਹੀ ਹੈ? 3.2 ਵਾਲੀ। ਇਹਦੇ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ, ਇੱਕ ਹਲਕੀ ਜੀ ਟਰਮ ਸੀਗੀ ਜਿਹੜੀ ਸਮਝਾਉਣੀ ਜ਼ਰੂਰੀ ਹੈ। ਵਟ ਇਜ਼ ਕੈਪੀਟਲ ਆਊਟਪੁੱਟ ਰੇਸ਼ੋ? ਇਹ ਉਹ ਅਮਾਊਂਟ ਆ ਪੂੰਜੀ ਦੀ ਜਿਹੜੀ ਤੁਹਾਨੂੰ ਜ਼ਰੂਰਤ ਪੈਂਦੀ ਆ ਤਾਂ ਜੋ ਤੁਸੀਂ ਉਸ ਨੂੰ ਇਨਵੈਸਟ ਕਰਕੇ ਅੱਗੇ ਉਹ 'ਚੋਂ 4 ਪੈਸੇ ਕਮਾ ਸਕੋ, ਉਹਨੂੰ ਆਪਾਂ ਕਹਿੰਦੇ ਆ ਕੈਪੀਟਲ ਆਊਟਪੁੱਟ ਰੇਸ਼ੋ। ਮੰਨ ਲਓ ਤੁਹਾਡੇ ਕੋਲ 32 ਰੁਪਏ ਦੀ ਇਨਵੈਸਟਮੈਂਟ ਆ ਤੇ ਤੁਸੀਂ ਉਹਦੇ 'ਚੋਂ 8 ਰੁਪਏ ਦੀ ਟਰਨਓਵਰ ਕਰਦੇ ਹੋ, ਕਮਾਉਂਦੇ ਉਹਦੇ 'ਚ 8 ਰੁਪਏ, ਤਾਂ ਤੁਹਾਡੀ ਕੈਪੀਟਲ ਆਊਟਪੁੱਟ ਰੇਸ਼ੋ 32/8 ਭਾਵ 4 ਆ ਗਈ। ਇਹਦਾ ਮਤਲਬ ਇਹ ਆ ਕਿ ਹਰ 4 ਰੁਪਏ ਖਰਚ ਕੇ ਤੁਸੀਂ 1 ਰੁਪਿਆ ਕਮਾਇਆ ਕਰੋਗੇ। ਆਹੀ ਮਤਲਬ ਆ 32/8 ਬਰਾਬਰ ਹੈ 4। 3.2 ਆਉਣ ਦਾ ਮਤਲਬ ਆ ਕਿ 1 ਰੁਪਿਆ ਕਮਾਉਣ ਵਾਸਤੇ ਉਹਨੂੰ ਕਿੰਨੇ ਰੁਪਈਆਂ ਦੀ ਲੋੜ ਆ? 3.2। ਕੋਈ ਕਵੇ ਯਾਰ ਸਾਡੇ ਕੋਲ ਤਾਂ ਕਿਹੋ ਜਿਹਾ, ਅਸੀਂ ਤਾਂ ਸਾਡੀ ਕੈਪੀਟਲ ਆਊਟਪੁੱਟ ਰੇਸ਼ੋ 2 ਆ, ਅਸੀਂ 2 ਰੁਪਏ ਖਰਚ ਕੇ ਰੁਪਈਆ ਕਮਾ ਲੈਂਦੇ ਆ। ਕੋਈ ਕਵੇ ਸਾਡੀ ਕੈਪੀਟਲ ਆਊਟਪੁੱਟ ਰੇਸ਼ੋ 1.5 ਆ, ਅਸੀਂ 1.5 ਰੁਪਈਆ ਖਰਚ ਕੇ ਕਮਾ ਲੈਂਦੇ ਆ। ਜਿਹਦਾ ਚੰਗਾ ਟਾਈਮ ਆ ਉਹਦੀ ਤਾਂ ਕੈਪੀਟਲ ਆਊਟਪੁੱਟ ਰੇਸ਼ੋ 1.5 ਹੀ ਹੋਊਗੀ। ਮਾੜੇ ਟਾਈਮ ਵਾਲੇ ਦੀ 10 ਵੀ ਜਾ ਸਕਦੀ ਆ ਕਿ ਉਹ 10 ਰੁਪਈਏ ਲਾਉਂਦਾ ਹੈ ਫੇਰ ਰੁਪਈਆ ਕਮਾਉਂਦਾ ਹੈ। ਸੋ ਕੈਪੀਟਲ ਆਊਟਪੁੱਟ ਰੇਸ਼ੋ ਜਿਹੜੀ ਆ ਉਹ ਕੀ ਹਿਸਾਬ ਕਿਤਾਬ, ਉਹਦਾ ਕੀ ਕਹਾਣੀ ਆ, ਇਹ ਦੱਸੋ। ਸਮਝ ਆ ਗਈ? ਕੈਪੀਟਲ ਆਊਟ ਰੇਸ਼ੋ ਜਿਹੜੀ ਆ ਕਿਸੇ ਵੀ ਦੇਸ਼ ਦੀ ਆਰਥਿਕ ਯੋਜਨਾਬੰਦੀ 'ਚ ਬਹੁਤ ਵੱਡਾ ਰੋਲ ਅਦਾ ਕਰਦੀ ਆ।
ਸਪੋਜ਼ ਕਰੋ ਗਵਰਨਮੈਂਟ ਨੇ ਟਾਰਗੇਟ ਰੱਖਿਆ ਅਗਲੇ ਸਾਲ ਦਾ 9%। ਇਹਦਾ ਮਤਲਬ ਇਹ ਹੈ ਕਿ ਕੈਪੀਟਲ 9% ਗਰੋਥ ਦਾ ਟਾਰਗੇਟ ਰੱਖਿਆ ਹੈ, ਤਾਂ ਪਲੈਨਰਸ ਜਾਣਦੇ ਆ ਕਿ ਇੰਡੀਆ ਦੀ ਕੈਪੀਟਲ ਆਊਟਪੁੱਟ ਰੇਸ਼ੋ ਜਿਹੜੀ ਆ ਉਹ 4 ਆ। ਮੰਨ ਲਓ ਉਹਨਾਂ ਨੇ ਪਤਾ ਕੀਤਾ ਕਿ ਮੰਨ ਲਓ ਸਾਡੀ ਗਰੋਥ ਰੇਟ 9% ਆ, ਅਸੀਂ 9% ਦੇ ਹਿਸਾਬ ਨਾਲ ਤਰੱਕੀ ਕਰਦੇ ਆ, ਤੇ ਉੱਪਰੋਂ ਉਹਨਾਂ ਨੂੰ ਇਹ ਵੀ ਪਤਾ ਕਿ ਭਾਰਤ ਦੀ ਕੈਪੀਟਲ ਆਊਟਪੁੱਟ ਰੇਸ਼ੋ 4 ਆ। ਇਹਦਾ ਮਤਲਬ ਇੱਕ ਗੱਲ ਬੜੀ ਕਲੀਅਰ ਆ ਕਿ ਜੇ ਆਪਾਂ 9% ਦੀ ਗਰੋਥ ਕਰਨੀ ਆ, ਮਤਲਬ ਕਿ ਸਾਨੂੰ ਪਤਾ ਹੈ ਕਿ ਸਾਡੀ ਆਊਟਪੁੱਟ ਜਿਹੜੀ ਆ, ਤੁਹਾਨੂੰ ਮੰਨ ਲਓ ਕਿਸੇ ਦੇਸ਼ ਦੀ ਕੈਪੀਟਲ ਆਊਟਪੁੱਟ ਰੇਸ਼ੋ COR 4 ਹੋਵੇ, ਤੇ COR ਕਿਹਦੇ ਬਰਾਬਰ ਹੁੰਦੀ ਆ? ਕੈਪੀਟਲ ਬਾਈ ਆਊਟਪੁੱਟ। ਤੁਹਾਨੂੰ ਵੀ ਕਹਦੇ ਯਾਰ ਤੁਹਾਡੇ ਦੇਸ਼ ਦੀ ਜਿਹੜੀ ਆਊਟਪੁੱਟ ਆ ਉਹ 9% ਚਾਹੀਦੀ ਹੈ ਤੁਹਾਨੂੰ ਇਸ ਸਾਲ, ਇਸ ਵਾਰ ਤੁਸੀਂ 9% ਇਕਨੋਮਿਕ ਗਰੋਥ ਦਿਖਾਉਣੀ ਆ। ਵਟ ਇਜ਼ ਗਰੋਥ? ਵਾਧਾ। ਵਟ ਇਜ਼ ਵਾਧਾ? ਆਊਟਪੁੱਟ। ਤਾਂ ਤੁਸੀਂ ਇੱਕ ਗੱਲ ਦੱਸੋ ਕਿ ਤੁਹਾਡੇ ਦੇਸ਼ ਕੋਲ ਕਿੰਨੀ ਕੈਪੀਟਲ ਹੋਣੀ ਚਾਹੀਦੀ ਆ? 36 ਰੁਪਏ। ਜੇ ਆਹ 36 ਹੋਊਗੀ ਤਾਂ, ਜੇ ਆਹ 4 ਆ ਤੁਹਾਡੀ, ਤਾਂ ਆਹ ਚੀਜ਼ ਤੁਹਾਡੀ 36/9 ਕਿੰਨੀ ਹੋਊਗੀ? ਤਾਂ 4 ਬਣੂਗੀ। ਕੋਈ ਕਵੇ ਯਾਰ ਇਸ ਦੇਸ਼ ਨੂੰ, ਫਲਾਣੇ ਦੇਸ਼ ਦੀ ਨੂੰ, ਉਹਨਾਂ ਨੇ ਆਪਣੀ ਇਕਨੋਮਿਕ ਗਰੋਥ 9 ਦਿਖਾਉਣੀ ਆ, ਉਹਨਾਂ ਦੇ 9% ਦੇ ਹਿਸਾਬ ਨਾਲ ਗਰੋ ਕਰਨਾ ਚਾਹੁੰਦਾ ਦੇਸ਼, ਤੇ ਉਸ ਦੇਸ਼ ਦੀ COR ਸਿਰਫ 2 ਆ। ਇਹਦਾ ਮਤਲਬ ਉਹਨਾਂ ਨੂੰ ਕਿੰਨੀ ਕੈਪੀਟਲ ਦੀ ਲੋੜ ਆ? ਸਿਰਫ 18 ਰੁਪਈਆਂ ਦੀ ਲੋੜ ਆ ਜੇ 9 ਰੁਪਏ ਦਾ ਰਿਜ਼ਲਟ ਕੱਢਣਾ ਹੈ, ਕਿਉਂਕਿ ਉਹਨਾਂ ਦੀ COR ਹੀ ਬਹੁਤ ਘੱਟ ਆ। COR ਜਿੰਨੀ ਘੱਟ ਹੁੰਦੀ ਆ, ਇਹਦਾ ਮਤਲਬ ਉਹ ਬੰਦੇ ਉਨੇ ਕਾਬਲ ਨੇ, ਉਹ ਉਨੇ ਕਾਬਲ ਨੇ। ਜਿਵੇਂ ਆਪਾਂ ਨਹੀਂ ਕਿਸੇ ਨੂੰ ਕਹਿ ਦਿੰਦੇ ਕਿ ਇਹ ਤਾਂ ਯਾਰ 50 ਦੇ ਨੋਟ ਨੂੰ ਹੱਥ ਲਾਵੇ ਤਾਂ 100 ਦਾ ਕਰ ਦਿੰਦਾ ਹੈ, ਇਹ 1000 ਨੂੰ ਹੱਥ ਲਾਵੇ ਤਾਂ 2000 ਦਾ ਬਣਾ ਦਿੰਦਾ ਹੈ, ਇਹ ਤਾਂ ਪੈਸੇ ਤੋਂ ਪੈਸਾ ਹੀ ਬਹੁਤ ਖਿੱਚਦਾ ਹੈ। ਇਹਦਾ ਮਤਲਬ ਉਹਨਾਂ ਲੋਕਾਂ ਦੀ, ਜਿਵੇਂ ਆਪਾਂ ਨਹੀਂ ਕਹਿ ਦਿੰਦੇ ਹੁਣ ਅੱਜ ਦੇ ਟਾਈਮ 'ਚ, ਬਟ COR ਤੇ COR ਕਿਹੜੇ ਮਾਮਲੇ 'ਚ ਸਭ ਤੋਂ ਘੱਟ ਆ? ਸਭ ਤੋਂ ਘੱਟ COR ਕਿਹੜੇ ਮਾਮਲੇ 'ਚ ਆ? ਜੇ ਕੋਈ ਮੈਨੂੰ ਪੁੱਛੇ ਕਿ ਕੋਚਿੰਗ ਦੇਣ ਦੇ ਮਾਮਲੇ 'ਚ, ਜਿਹੜੇ ਸਿਵਲ ਸਰਵਿਸ ਜਾਂ ਪੇਪਰਾਂ ਦੀ ਤਿਆਰੀ ਕਰਾ ਰਹੇ ਆ, ਜਾਂ ਇੱਕ ਸਰਕਾਰੀ ਸਕੂਲ ਦਾ ਟੀਚਰ, ਜਾਂ ਜਿਹੜੇ ਆਮ ਨੋਰਮਲ ਪਿੰਡਾਂ 'ਚ ਟਿਊਸ਼ਨਾਂ ਪੜ੍ਹਾ ਰਹੇ ਆ, ਪਿੰਡਾਂ ਦੇ ਵਿੱਚ ਨੋਰਮਲ ਪੱਧਰ ਤੇ ਟਿਊਸ਼ਨਾਂ, ਜੇ ਕੋਈ ਐਕਸੈਪਸ਼ਨਲੀ ਬਹੁਤ ਜ਼ਿਆਦਾ ਗਰੋ ਨਹੀਂ ਕਰਿਆ ਹੋਇਆ, ਉਹਦੇ ਨਾਲੋਂ ਜਿਹੜੇ ਸਾਡੇ ਵਰਗੇ ਆ, ਸਾਡੀ COR ਘੱਟ ਆ, ਤੇ ਸਾਡੇ ਨਾਲੋਂ ਕਿਤੇ ਘੱਟ COR ਆ ਜਿਹੜੇ ਇਮੀਗ੍ਰੇਸ਼ਨ ਵਾਲੇ ਆ, ਉਹਨਾਂ ਦੀ COR ਉਹ ਤਾਂ 10 ਰੁਪਏ ਲੈਂਦੇ ਆ, ਤੇ 10 ਚੋਂ ਕਿੰਨੇ ਬਣਾ ਲੈਂਦੇ ਆ ਤੁਹਾਨੂੰ ਪਤਾ ਹੀ ਹੈ। ਸੋ ਅਸਲ ਦੇ ਵਿੱਚ ਜਿਹਦੀ ਜਿੰਨੀ ਜ਼ਿਆਦਾ ਇਨਵੈਸਟਮੈਂਟ ਚੋਂ ਜਿੰਨਾ ਜ਼ਿਆਦਾ ਪੈਸਾ ਬਣਦਾ ਹੋਵੇ, ਉਨੀ ਉਹਦੀ COR ਕੀ ਹੁੰਦੀ ਆ? ਘੱਟ ਹੁੰਦੀ ਆ। ਉਨੀ ਉਹਦੀ ਕੈਪੀਟਲ ਆਊਟਪੁੱਟ ਰੇਸ਼ੋ ਕੀ ਹੁੰਦੀ ਆ? ਘੱਟ ਹੁੰਦੀ ਆ। ਹੁਣ ਇੱਕ ਸ਼ਬਦ ਹੁੰਦਾ ਹੈ ਇਨਕਰੀਮੈਂਟਲ COR। ਇਹ ਕੋਈ ਬਹੁਤ ਜ਼ਿਆਦਾ ਚੱਕਰ ਪੈਣ ਹੈ ਵੀ COR ਆ, ਇਹਨੂੰ ਕਹਿ ਦਿੰਦੇ ICOR, ਇਨਕਰੀਮੈਂਟਲ COR। ਇਹਦਾ ਕੀ ਮਤਲਬ ਆ? ਕਹਿੰਦੇ ਸਪੋਜ਼ ਕਰੋ ICOR ਇਹ ਦੱਸਦੀ ਆ ਕਿ ਸਾਨੂੰ, ਮੰਨ ਲਓ ਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਹੈਗੇ ਆ, ਉਹਨੇ ਨਾਲ ਸਾਡੀ ਇੰਨੀ ਆਊਟਪੁੱਟ ਹੋ ਜਾਣੀ ਆ, ਇੰਨੀ ਸਾਡੇ ਕੋਲ ਇਨਵੈਸਟਮੈਂਟ ਆ, ਉਹਦੇ ਨਾਲ ਸਾਡੀ ਇੰਨੀ ਆਊਟਪੁੱਟ ਹੋ ਜਾਣੀ ਆ। ਕੋਈ ਕਵੇ ਕਿ ਯਾਰ ਸਾਨੂੰ ਇਹ ਦੱਸ ਕਿੰਨੇ ਹੋਰ ਪੈਸੇ ਚਾਹੀਦੇ ਆ ਤੈਨੂੰ, ਜਿਹਦੇ ਨਾਲ ਤੂੰ ਇੰਨੀ ਹੋਰ ਇਨਵੈਸਟਮੈਂਟ ਕੈਪੀਟਲ ਜਨਰੇਟ ਕਰ ਸਕੇ, ਪੈਸੇ ਚੋਂ ਪੈਸਾ ਬਣਾ ਸਕੇ। ਡੈਫੀਨੇਸ਼ਨ ਸਮਝੋ, ਕਿੰਨੇ ਵਾਧੂ ਕੈਪੀਟਲ ਦੀ ਤੈਨੂੰ ਲੋੜ ਆ ਤਾਂ ਕਿ ਤੂੰ ਐਡੀਸ਼ਨਲ 1 ਯੂਨਿਟ ਆਊਟਪੁੱਟ ਹੋਰ ਕੱਢ ਸਕੇ। ਐਡੀਸ਼ਨਲ ਕਿੰਨੀ ਲੋੜ ਆ? that is called incremental। ਉਹਨੂੰ incremental। ਓਵਰਆਲ ਤਾਂ ਕੈਪੀਟਲ ਆਊਟਪੁੱਟ ਰੇਸ਼ੋ ਆ। ਜੇ ਤੁਹਾਨੂੰ ਕੋਈ ਕਵੇ ਕਿ ਦੱਸੋ, ਹੁਣ ਕੋਈ ਮੈਨੂੰ ਇੱਕ ਗੱਲ ਦੱਸੋ ਕਿ ਜੇ ਆਪਾਂ ਨੂੰ ਇਹ ਕਵੇ ਕਿ ICOR ਦਾ ਮਤਲਬ ਇਹ ਹੈ ਕਿ ਜਿੰਨੀ ਜ਼ਿਆਦਾ more and more investment, capital output ratio itself may change and hence usual capital will not be usual। ਭਾਵ ਕਿ ਇਨਕਰੀਮੈਂਟਲ COR ਤੋਂ ਸਾਨੂੰ ਇਸ ਗੱਲ ਦੀ ਸਪਸ਼ਟਤਾ ਪਤਾ ਲੱਗ ਜਾਂਦੀ ਹੈ, ਇਨਕਰੀਮੈਂਟਲ ਤੋਂ, ਕਿ ਹੋਰ ਕਿੰਨਾ ਪੈਸਾ ਸਾਨੂੰ ਇੱਥੋਂ ਇਨਵੈਸਟ ਕਰਨਾ ਪਊਗਾ। ਸਪੋਜ਼ ਕਰੋ ਕਿਸੇ ਵੀ ਦੀ ਵੀ ਇਨਕਰੀਮੈਂਟਲ COR 8, ਇਹਦਾ ਮਤਲਬ ਇਹ ਆ ਕਿ ਯਾਰ ਜੇ ਤੂੰ ਚਾਹੁੰਦਾ ਨਾ ਕਿ ਹੁਣ ਤੂੰ ਜਿੰਨਾ ਤੂੰ ਹੁਣ ਕਮਾ ਰਿਹਾ ਹੈ, ਇਸ ਬਿਜ਼ਨਸ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਇਹਦੀ ICOR ਹੀ 9 ਆ, ਕਿ ਇਸ ਬਿਜ਼ਨਸ 'ਚ ਜੇ ਆਪਾਂ ਹੋਰ ਜਿੰਨਾ ਕਮਾ ਰਹੇ ਆ, ਜੇ ਇਹਦੇ 'ਚੋਂ ਆਪਾਂ ਹੋਰ ਕਮਾਉਣਾ ਨਾ, 1 ਰੁਪਈਆ ਹੋਰ ਕਮਾਉਣਾ ਹੈ, ਤਾਂ ਆਪਾਂ ਨੂੰ ਵਾਧੂ ਦੇ ਹੁਣ 9 ਰੁਪਏ ਲਾਉਣੇ ਪੈਣਗੇ। ਇਹਦਾ ਮਤਲਬ ਜੇ ਕੋਈ ਕਵੇ ਯਾਰ ਜੇ ਆਪਾਂ ਜਿੰਨਾ ਕਮਾ ਰਹੇ ਆ ਉਹਨਾਂ ਦਾ ਠੀਕ ਆ, ਜੇ ਆਪਾਂ ਹੋਰ 1 ਰੁਪਈਆ ਵੱਧ ਕਮਾਉਣਾ ਚਾਹੁੰਦੇ ਇਹਦੇ ਚੋਂ, ਕਿ ਹੁਣ ਆਪਾਂ 1 ਸਕਿੰਟ ਦੇ 2 ਰੁਪਏ ਕਮਾ ਰਹੇ ਆ, ਆਪਾਂ ਚਾਹੁੰਦੇ ਕਿ 1 ਸਕਿੰਟ 'ਚ 3 ਰੁਪਏ ਕਮਾਈਏ, ਫਿਰ ਆਪਾਂ ਨੂੰ 1 ਸਕਿੰਟ 'ਚ ਹੁਣ ਵਾਧੂ 9 ਰੁਪਏ ਲਾਉਣੇ ਪੈਣਗੇ। ਜਿਹੜੇ ਅੱਜ ਤੋਂ ਬਾਅਦ ਲਾਉਣੇ ਪੈਣਗੇ ਉਹਨੂੰ ਕਹਿੰਦੇ ਆ ICOR। ਓਵਰਆਲ ਕਿਸੇ ਬਿਜ਼ਨਸ 'ਚ ਕਿੰਨਾ ਪੈਸਾ ਲੱਗ ਕੇ ਉਹ 'ਚੋਂ ਕਿੰਨੀ ਆਊਟਪੁੱਟ ਨਿਕਲਦੀ, ਉਹਨੂੰ ਕੀ ਕਹਿੰਦੇ ਆਪਾਂ? COR। ਆ ਦੱਸੋ ਜੀ, ਕਹਾਣੀ ਕਲੀਅਰ ਹੋ ਗਈ। ਸੋ ਇਨਕਰੀਮੈਂਟਲ COR ਤੇ ਇਹ ਮੈਂ ਕਹਿੰਦਾ ਕਿ ਇੱਕ ਤੁਹਾਨੂੰ ਪੂਰਾ ਟਿਪੀਕਲ ਕੰਸੈਪਟ ਸੀਗਾ ਜਿਹੜਾ ਕਿ ਆਪਾਂ ਨੂੰ ਕਲੀਅਰ ਹੋ ਗਿਆ। ਠੀਕ ਆ। ਸੋ ਵੈਸੇ ਤਾਂ ਦੇਖੋ ਇਹ ਆਪਣੇ ਨੋਟਸ ਤੁਹਾਡੇ ਨਾਲ
ਥੋੜਾ ਜਿਹਾ ਟੈਕਨੀਕਲੀ ਇਹਨਾਂ ਨੂੰ ਸਹੀ ਕਰਕੇ ਨਾ ਇੰਗਲਿਸ਼ ਵਾਲੇ ਸੈਪਰੇਟ ਤੇ ਪੰਜਾਬੀ ਵਾਲੇ ਸੈਪਰੇਟ, ਇਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਠੀਕ ਆ, ਇਹ ਆਪਣੇ ਇਹ ਤੁਹਾਨੂੰ ਦੱਸ ਵੀ ਦਿੱਤਾ ਸੀਗਾ ਕਿ ਇਹ ਨੋਟਸ ਕਿੱਥੇ ਪਏ ਹੋਏ ਆ। ਠੀਕ ਆ, ਤਾਂ ਅਦਰਵਾਈਜ਼ ਖੈਰ ਬੇਸ ਈਅਰ ਦੇ ਅਕੋਰਡਿੰਗ ਜੀਡੀਪੀ ਕੈਲਕੂਲੇਟ ਕੀਤੀ, ਬਟ ਅੱਜ ਦੇ ਪ੍ਰਾਈਸ ਦੇ ਅਕੋਰਡਿੰਗ ਦੇਖੋ ਇੱਕ ਗੱਲ ਆ, ਕਰੰਟ ਜੀਡੀਪੀ ਅੱਜ ਵੀ ਬਹੁਤ ਜ਼ਿਆਦੀ ਹੈ, ਬਟ ਇੱਕ ਗੱਲ ਹੋਰ, ਇੰਡੀਆ ਦੀਆਂ ਜਿੰਨੀਆਂ ਵੀ ਜੀਡੀਪੀ ਦੀਆਂ ਕੈਲਕੂਲੇਸ਼ਨਸ ਤੁਹਾਨੂੰ ਕਿਸੇ ਇਕਨੋਮਿਕ ਸਰਵੇ 'ਚ ਮਿਲਣਗੀਆਂ, ਉਹ ਕਰੰਟ ਪ੍ਰਾਈਸ ਤੇ ਨਹੀਂ ਹੁੰਦੀਆਂ। ਕਿਹੜੇ ਪ੍ਰਾਈਸ ਤੇ ਹੁੰਦੀਆਂ? ਕਾਂਸਟੈਂਟ ਪ੍ਰਾਈਸ ਤੇ, ਕਿਉਂਕਿ ਕਾਂਸਟੈਂਟ ਪ੍ਰਾਈਸ ਹੀ ਟਰੂ ਜੀਡੀਪੀ ਹੈ। ਆਪਣੀ ਕਲਾਸ ਦਾ ਇੱਕ ਹਿੱਸਾ ਖਤਮ ਹੋ ਚੁੱਕਿਆ ਹੈ ਤੇ ਵਿਦਿਨ ਮਿੰਟਸ ਆਪਾਂ ਸ਼ੁਰੂ ਕਰਦੇ ਹਾਂ ਅਗਲਾ ਲੈਕਚਰ। ਠੀਕ ਆ, ਫਿਲਹਾਲ ਹਜੇ ਕਿਉਂਕਿ ਇਕਨੋਮੀ ਨੂੰ ਟਰੈਕ ਤੇ ਲਿਆਉਣਾ ਸੀ, ਇਸ ਕਰਕੇ ਆਪਾਂ ਅੱਜ ਦਾ ਦਿਨ ਵੀ ਇਕਨੋਮੀ ਹੀ ਕਰਾਂਗੇ। ਇੱਕ ਲੈਕਚਰ ਖਤਮ ਹੋਣ ਤੋਂ ਬਾਅਦ ਆਪਾਂ ਹੁਣ ਸ਼ੁਰੂ ਕਰਦੇ ਹਾਂ, ਮੈਂ ਸ਼ੀਟ ਲਿਆਵਾਂ, ਦੂਸਰਾ ਲੈਕਚਰ। ਤੇ ਇੱਕ ਲੈਕਚਰ ਖਤਮ ਹੋ ਗਿਆ ਸਾਡਾ ਜੀਡੀਪੀ ਨਾਲ ਰਿਲੇਟਡ, ਤੇ ਦੂਸਰਾ ਲੈਕਚਰ ਜਿਹੜਾ ਹੁਣ ਅਸੀਂ ਲਾ ਰਹੇ ਹਾਂ ਉਹ ਹੈਗਾ ਮਿਨਿਸਟਰੀਜ਼ ਨਾਲ ਸੰਬੰਧਿਤ, ਕਿ ਭਾਰਤ ਚੋਂ ਕਿਹੜੇ ਕਿਹੜੇ ਮੰਤਰਾਲੇ ਆ ਜਿਨ੍ਹਾਂ ਦਾ ਸੰਬੰਧ ਇਕਨੋਮਿਕਸ ਨਾਲ ਆ। ਕਿਉਂਕਿ ਅਗਲਾ ਚੈਪਟਰ ਤੀਸਰਾ ਤਾਂ ਹੀ ਸ਼ੁਰੂ ਕਰਾਂਗੇ ਨਾ ਕਿ ਸਾਨੂੰ ਪਹਿਲਾਂ ਪਤਾ ਤਾਂ ਲੱਗੇ ਕਿ ਕਿਹੜੇ ਕਿਹੜੇ ਮੰਤਰਾਲੇ ਆ, ਕਿਹੜੇ ਕਿਹੜੇ ਮਿਨਿਸਟਰੀਆਂ ਨੇ ਜਿਨ੍ਹਾਂ ਬਾਰੇ ਅਸੀਂ ਪੜ੍ਹਨਾ ਹੈ। ਸੋ ਚੈਪਟਰ ਬਹੁਤ ਲੈਂਥੀ ਆ, ਪਰ ਉਹਦਾ ਇੱਕ ਲੈਕਚਰ ਆਪਣਾ ਅੱਜ, ਇੱਕ ਹਿੱਸਾ ਉਹਦਾ ਆਪਣਾ ਅੱਜ ਖਤਮ ਹੋਊਗਾ। ਸੋ ਮਿਲਦੇ ਆਪਾਂ ਵਿਦਿਨ ਮਿੰਟਸ।